ਵਾਹਿਗੁਰੂ 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 ਵਾਹਿਗੁਰੂ। ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾ। ਜਿਸ ਕੋ ਬਿਸਰੈ ਪ੍ਰਾਨਪਤ ਦਾਤਾ, ਸੋਈ ਗਨਹੁ ਅਭਾਗਾ। ਚਰਨ ਕਮਲ ਜਾ ਕਾ ਮਨ ਰਾਗਿਓ, ਅਮੈ ਸਰੋਵਰ ਪਾਗਾ। ਜਿਸ ਕੋ ਬਿਸਰੈ ਪ੍ਰਾਨਪਤ ਦਾਤਾ, ਸੋਈ ਗਨਹੁ ਅਭਾਗਾ। ਚਰਨ ਕਮਲ ਜਾ ਕਾ ਮਨ ਰਾਗਿਓ, ਅਮੈ ਸਰੋਵਰ ਪਾਗਾ। ਤੇਰਾ ਜਨ ਰਾਮ ਨਾਮ ਰੰਗ ਜਾਗਾ। ਆਲਸ ਛੀਜ ਗਿਆ ਸਭ ਤਨ ਤੇ, ਪ੍ਰੀਤਮ ਸਿਉ ਮਨ ਲਾਗਾ। ਰਹਾਉ ਜਹ ਜਹ ਪੇਖੋ ਤਹ ਨਾਰਾਇਣ, ਸਗਲ ਘਟਾ ਮਹਿ ਤਾਗਾ। ਨਾਮ ਉਦਕ ਪੀਵਤ ਜਨ ਨਾਨਕ, ਤਿਆਗੇ ਸਭ ਅਨੁਰਾਗਾ। ਜਹ ਜਹ ਪੇਖੋ ਤਹ ਨਾਰਾਇਣ, ਸਗਲ ਘਟਾ ਮਹਿ ਤਾਗਾ। ਨਾਮ ਉਦਕ ਪੀਵਤ ਜਨ ਨਾਨਕ, ਤਿਆਗੇ ਸਭ ਅਨੁਰਾਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਅਟਲ, ਲੋਕ ਪਰਲੋਕ ਦੇ ਰਾਖੇ, ਚਵਰ ਛਤਰ ਤਖਤ ਦੇ ਮਾਲਕ, ਦੋ ਜਹਾਨ ਦੇ ਵਾਲੀ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਨ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਿੱਖ ਪੰਥ ਦੇ ਮਹਾਨ ਤੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਬੈਠੀ ਸਾਧ ਸੰਗਤ ਜੀ, ਇੱਕ ਵਾਰੀ ਫੇਰ ਸਰਬੰਸ ਦਾਨੀ ਅੰਮ੍ਰਿਤ ਕੇ ਦਾਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੰਨੇ ਅੱਜ ਆਪਾਂ ਗੁਰੂ ਕੀ ਗੋਦ ਵਿੱਚ ਬੈਠ ਕੇ ਗੁਰੂ ਦੇ ਬੋਲ ਸੁਣ ਰਹੇ ਹਾਂ, ਗੁਰੂ ਦੀ ਬਾਣੀ ਸੁਣ ਰਹੇ ਹਾਂ, ਵੱਡੇ ਭਾਗਾਂ ਵਾਲੇ ਆ। ਜਿੰਨਾ ਚਿਰ ਅਸੀਂ ਗੁਰੂ ਦੀ ਬਾਣੀ ਨੂੰ ਸੁਣਦੇ ਨਹੀਂ ਹਾਂ, ਗੁਰੂ ਦੀ ਬਾਣੀ ਨੂੰ ਸਮਝਦੇ ਨਹੀਂ ਹਾਂ ਤੇ ਗੁਰੂ ਦੀ ਬਾਣੀ ਨੂੰ ਜੀਵਨ 'ਚ ਧਾਰਦੇ ਨਹੀਂ ਹਾਂ, ਉਨਾ ਚਿਰ ਸੰਸਾਰ ਦੇ ਅੰਦਰ ਸਾਡੇ ਜੀਵਨ ਦੇ ਵਿੱਚ ਹਨੇਰਾ ਹੀ ਹਨੇਰਾ, ਹਨੇਰਾ ਹੀ ਹਨੇਰਾ ਰਹਿਣਾ। ਤੇ ਜਦੋਂ ਹਨੇਰਾ ਹੋਵੇ ਨਾ, ਉਦੋਂ ਫਿਰ ਰਸਤਾ ਸਾਫ਼ ਦਿਖਾਈ ਨਹੀਂ ਦਿੰਦਾ।
ਕਦੇ ਉਧਰ ਨੂੰ ਤੁਰ ਜਾਂਦਾ ਹੈ ਜੀਵ, ਕਦੇ ਉਧਰ ਨੂੰ ਤੁਰ ਜਾਂਦਾ ਹੈ, ਕਦੇ ਉਧਰ ਨੂੰ ਤੁਰ ਜਾਂਦਾ ਹੈ। ਕੋਈ ਆ ਕੇ ਬਾਂਹ ਫੜ ਲੈਂਦਾ ਹੈ, ਕਹਿੰਦਾ ਮੇਰੇ ਮਗਰ ਲੱਗ ਜਾ, ਮੈਂ ਤੈਨੂੰ ਬਾਹਰ ਲੈ ਜੂੰ ਹਨੇਰੇ 'ਚੋਂ। ਬੰਦਾ ਉਹਦੇ ਮਗਰ ਲੱਗ ਜਾਂਦਾ ਹੈ, ਤੇ ਜਿਹਦੀ ਬਾਂਹ ਫੜ ਕੇ ਬੰਦਾ ਹਨੇਰੇ 'ਚੋਂ ਨਿਕਲਣ ਦਾ ਯਤਨ ਕਰਦਾ, ਉਹ ਖੁਦ ਜਿਹੜਾ ਹਨੇਰੇ 'ਚ ਫਸਿਆ ਹੁੰਦਾ ਹੈ। ਨਤੀਜਾ ਇਹ ਨਿਕਲਦਾ ਹੈ ਕਿ ਹਨੇਰੇ 'ਚ ਹੀ ਗੇੜੇ ਖਾਈ ਜਾਂਦੇ ਆ, ਰਸਤਾ ਕਿਸੇ ਨੂੰ ਨਜ਼ਰ ਨਹੀਂ ਆਉਂਦਾ। ਰਸਤਾ ਉਦੋਂ ਨਜ਼ਰ ਆਊ ਜਦੋਂ ਮਾੜਾ ਮੋਟਾ ਕੋਈ ਚਾਨਣ ਹੋਊਗਾ, ਕੋਈ ਮਾੜੀ ਮੋਟੀ ਰੌਸ਼ਨੀ ਹੋਊਗੀ, ਕੋਈ ਮਾੜਾ ਮੋਟਾ ਕੋਈ ਦੀਵਾ ਜਗੂਗਾ, ਕੋਈ ਲਾਈਟ ਜਗੂਗੀ। ਤੇ ਦੀਵਾ ਉਦੋਂ ਜਗੂਗਾ, ਲਾਈਟ ਉਦੋਂ ਜਗੂਗੀ, ਚਾਨਣ ਉਦੋਂ ਹੋਊਗਾ ਜਦੋਂ ਅਸੀਂ ਗੁਰੂ ਨੂੰ ਸੁਣਾਂਗੇ। ਅਸੀਂ ਗੁਰੂ ਨੂੰ ਸੁਣਨ ਦੀ ਬਜਾਏ ਅਸੀਂ ਦੁਨੀਆ ਨੂੰ ਸੁਣ ਰਹੇ ਹਾਂ, ਲੋਕਾਂ ਨੂੰ ਸੁਣ ਰਹੇ ਹਾਂ, ਲੋਕ ਕੀ ਕਹਿ ਰਹੇ ਨੇ। ਹੁਣ ਗੁਰੂ ਪਿਆਰਿਓ, ਸਾਰੇ ਆਪਣੀ ਆਪਣੀ ਮਤ ਮੁਤਾਬਕ ਲੱਗੇ ਹੋਏ ਆ, ਕੋਈ ਕੁਝ ਕਹਿ ਰਿਹਾ, ਕੋਈ ਕੁਝ ਕਹਿ ਰਿਹਾ, ਕੋਈ ਕੁਝ ਕਹਿ ਰਿਹਾ। ਜੇ ਗੁਰੂ ਪਿਆਰਿਓ ਸਮੱਸਿਆ ਹੋਵੇ ਸਰੀਰ ਨਾਲ ਸੰਬੰਧਿਤ, ਕੋਈ ਬਿਮਾਰੀ ਹੋਵੇ ਸਰੀਰ ਨਾਲ ਸੰਬੰਧਿਤ, ਤੇ ਅਸੀਂ ਕਿਹਦੀ ਰਾਏ ਲੈਂਦੇ ਹਾਂ ਜਾ ਕੇ? ਜਿਹੜਾ ਵੱਡਾ ਡਾਕਟਰ ਹੁੰਦਾ, ਜਿਹੜਾ ਡਾਕਟਰ ਹੁੰਦਾ, ਅਸੀਂ ਉਹਨੂੰ ਜਾ ਕੇ ਪੁੱਛਦੇ ਹਾਂ ਵੀ ਭਾਈ ਸਾਨੂੰ ਆਹ ਤਕਲੀਫ ਹੈ, ਆਹ ਲੱਛਣ ਨੇ, ਇਹਦਾ ਹੁਣ ਸਾਨੂੰ ਦੱਸ ਵੀ ਰੋਗ ਕੀ ਹੈ, ਬਿਮਾਰੀ ਕੀ ਹੈ। ਤੇ ਜੇ ਗੁਰੂ ਪਿਆਰਿਓ ਕੋਈ ਕਾਨੂੰਨ ਨਾਲ ਸੰਬੰਧਿਤ ਸਮੱਸਿਆ ਆ ਜਾਏ, ਫਿਰ ਅਸੀਂ ਕਿਹਦੇ ਕੋਲੇ ਜਾਂਦੇ ਹਾਂ? ਫਿਰ ਅਸੀਂ ਜਾਂਦੇ ਹਾਂ ਕਿਸੇ ਵੱਡੇ ਵਕੀਲ ਦੇ ਕੋਲ। ਉਹ ਜਿਹੜਾ ਵੱਡਾ ਵਕੀਲ ਹੁੰਦਾ ਨਾ, ਕਾਨੂੰਨਾਂ ਦਾ ਜਾਣਕਾਰ, ਉਹ ਫਿਰ ਸਾਨੂੰ ਦੱਸਦਾ ਹੈ ਵੀ ਆਹ ਤੁਹਾਡੀ ਜਿਹੜੀ ਸਮੱਸਿਆ ਹੈ ਭਾਈ, ਇਹ ਕਾਨੂੰਨੀ ਹੈ, ਤੇ ਇਹਦਾ ਹੱਲ ਇਸ ਢੰਗ ਦੇ ਨਾਲ ਕਾਨੂੰਨ ਦੇ ਮੁਤਾਬਕ ਹੋਣਾ। ਜੇ ਅਸੀਂ ਮਕਾਨ ਬਣਾਉਣਾ ਹੋਵੇ ਗੁਰੂ ਪਿਆਰਿਓ, ਫੇਰ ਕਿਹਦੇ ਕੋਲੇ ਜਾਂਦੇ ਹਾਂ? ਅਸੀਂ ਮਿਸਤਰੀ ਕੋਲ ਜਾਂਦੇ ਹਾਂ। ਉਹਨੂੰ ਜਾ ਕੇ ਕਹਿੰਦੇ ਆ ਵੀ ਭਾਈ ਅਸੀਂ ਮਕਾਨ ਬਣਾਉਣਾ ਹੈ। ਜੇ ਮਕਾਨ ਦਾ ਨਕਸ਼ਾ ਬਣਾਉਣਾ ਹੈ, ਫਿਰ ਅਸੀਂ ਨਕਸ਼ੇ ਵਾਲੇ ਕੋਲੇ ਜਾਂਦੇ ਹਾਂ। ਮਤਲਬ ਜਿਹੋ ਜਿਹਾ ਗੁਰੂ ਪਿਆਰਿਓ ਸਾਡਾ ਕੋਈ ਕੰਮ ਹੁੰਦਾ ਹੈ, ਜਾਂ ਜਿਹੋ ਜਿਹੀ ਸਾਨੂੰ ਕੋਈ ਸਮੱਸਿਆ ਹੁੰਦੀ ਹੈ, ਅਸੀਂ ਉਹਨੂੰ ਸੁਲਝਾਉਣ ਵਾਸਤੇ ਉਸ ਕਿਸਮ ਦੇ ਗਿਆਨਵਾਨ ਕੋਲ ਜਾਂਦੇ ਹਾਂ। ਪਰ ਅੱਜ ਅਸੀਂ ਕੀ ਦੇਖ ਰਹੇ ਹਾਂ ਗੁਰੂ ਪਿਆਰਿਓ? ਸੋਸ਼ਲ ਮੀਡੀਆ ਦੇ ਉੱਤੇ ਹਰ ਕੋਈ ਵਕੀਲ ਬਣਿਆ ਬੈਠਾ ਹੈ, ਹਰ ਕੋਈ ਡਾਕਟਰ ਬਣਿਆ ਬੈਠਾ ਹੈ, ਹਰ ਕੋਈ ਮਿਸਤਰੀ ਬਣਿਆ ਬੈਠਾ ਹੈ, ਹਰ ਕੋਈ ਧਰਮ ਦਾ ਜਾਣਕਾਰ ਬਣਿਆ ਬੈਠਾ ਹੈ। ਔਰ ਅਸੀਂ ਗੁਰੂ ਪਿਆਰਿਓ ਸਿੱਖ ਰਹੇ ਹਾਂ ਉਹਨਾਂ ਤੋਂ ਸਾਰਾ ਕੁਝ, ਅਸੀਂ ਗਿਆਨ ਲੈ ਰਹੇ ਹਾਂ ਸਾਰਾ ਕੁਝ। ਨਤੀਜਾ ਇਹ ਹੈ ਗੁਰੂ ਪਿਆਰਿਓ ਕਿ ਉਲਝੇ ਜਾਂਦੇ ਹਾਂ, ਉਲਝੀ ਜਾਂਦੇ ਹਾਂ, ਉਲਝੀ ਜਾਂਦੇ ਹਾਂ। ਹੁਣ ਜੇ ਧਰਮ ਦਾ ਗਿਆਨ ਲੈਣਾ ਹੈ, ਜੇ ਧਰਮ ਦੀ ਸਮਝ ਲੈਣੀ ਹੈ, ਤਾਂ ਫਿਰ ਗੁਰੂ ਪਿਆਰਿਓ ਕਿਹਦੇ ਕੋਲੇ ਜਾਣਾ? ਗੁਰੂ ਕੋਲ। ਕਿਉਂਕਿ ਗੁਰੂ ਤੋਂ ਵੱਡਾ ਧਰਮ ਜਿਹੜਾ ਕੋਈ ਸਮਝਾ ਹੀ ਨਹੀਂ ਸਕਦਾ ਸਾਨੂੰ। ਗੁਰਬਾਣੀ ਤੋਂ ਵੱਡਾ ਧਰਮ ਜਿਹੜਾ ਹੈ, ਉਹ ਸਾਨੂੰ ਕੌਣ ਸਮਝਾ ਸਕਦਾ ਹੈ? ਕੋਈ ਸਮਝਾ ਸਕਦਾ ਹੈ ਗੁਰੂ ਪਿਆਰਿਓ? ਇਸ ਕਰਕੇ ਗੁਰਬਾਣੀ ਨਾਲ ਜੁੜੀਏ, ਗੁਰਬਾਣੀ ਨੂੰ ਪੜ੍ਹੀਏ, ਗੁਰਬਾਣੀ ਨੂੰ ਸੁਣੀਏ, ਗੁਰਬਾਣੀ ਦੀ ਹੀ ਵਿਚਾਰ ਨੂੰ ਗੁਰੂ ਪਿਆਰਿਓ ਆਪਣੇ ਕੰਨਾਂ ਦੇ ਵਿੱਚ ਪਾਈਏ, ਤੇ ਉਹਨੂੰ ਆਪਣੇ ਅੰਦਰ ਧਾਰਨ ਦਾ ਯਤਨ ਕਰੀਏ। ਅੱਜ ਜਿਹੜਾ ਸ਼ਬਦ ਹੁਕਮ ਦੇ ਰੂਪ ਦੇ ਵਿੱਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਤੋਂ ਸਾਡੀ ਝੋਲੀ ਪਿਆ, ਉਹਦੀ ਆਪਾਂ ਨੇ ਗੁਰੂ ਪਿਆਰਿਓ ਵਿਚਾਰ ਸੁਣਨੀ ਹੈ ਔਰ ਸਾਂਝੀ ਕਰਨੀ ਹੈ। ਆਪਾਂ ਨੇ ਅਕਾਲ ਪੁਰਖ ਵੱਲੋਂ ਬਖਸ਼ਿਸ਼ ਕੀਤੀ ਹੋਈ ਤੁੱਛ ਬੁੱਧੀ ਅਨੁਸਾਰ ਤੇ ਜਿੰਨਾ ਕੁ ਸਮਾਂ ਨਿਸ਼ਚਿਤ ਹੈ ਉਹਦੇ ਮੁਤਾਬਕ। ਇਹ ਜਿਹੜਾ ਸ਼ਬਦ ਹੈ ਅੱਜ ਅੰਮ੍ਰਿਤ ਵੇਲੇ ਹੁਕਮ ਦੇ ਰੂਪ ਦੇ ਵਿੱਚ ਅਸੀਂ ਸੁਣਿਆ ਪਾਤਸ਼ਾਹ ਜੀ ਦਾ। ਇਹ ਸ਼ਹੀਦਾਂ ਦੇ ਸਿਰਤਾਜ ਬਾਣੀ ਕੇ ਬੋਹਿਤ ਧੰਨ ਧੰਨ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਹੈ ਔਰ ਧਨਾਸਰੀ ਰਾਗ ਦੇ ਵਿੱਚ ਹੈ। ਇਸ ਸ਼ਬਦ ਦੇ ਅੰਦਰ ਇੱਕ ਰਹਾਉ ਦੀ ਪੰਕਤੀ ਹੈ ਗੁਰੂ ਪਿਆਰਿਓ, ਔਰ ਰਹਾਉ ਦੀ ਪੰਕਤੀ ਦੇ ਵਿੱਚ ਸ਼ਬਦ ਦਾ ਕੇਂਦਰੀ ਭਾਵ ਹੈ, ਮੁੱਖ ਭਾਵ ਹੈ। ਔਰ ਉਸ ਮੁੱਖ ਭਾਵ ਦੇ ਵਿੱਚ ਕੀ ਕਹਿੰਦੇ ਨੇ ਪਾਤਸ਼ਾਹ? ਧਿਆਨ ਦੇਣਾ ਗੁਰੂ ਪਿਆਰਿਓ। ਰਹਾਉ ਦੀ ਪਹਿਲੀ ਪੰਕਤੀ ਜਿਹੜੀ ਹੈ ਇਹ ਅਕਾਲ ਪੁਰਖ ਨੂੰ ਸੰਬੋਧਨ ਹੈ।
ਵਾਹਿਗੁਰੂ ਨੂੰ ਸੰਬੋਧਨ ਹੈ। ਮਤਲਬ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਵਾਹਿਗੁਰੂ ਨਾਲ ਗੱਲਾਂ ਕਰ ਰਹੇ ਨੇ। ਹੁਣ ਗੁਰੂ ਅਰਜਨ ਦੇਵ ਜੀ ਮਹਾਰਾਜ ਵਾਹਿਗੁਰੂ ਨਾਲ ਗੱਲਾਂ ਕਰ ਰਹੇ ਆ, ਅਸੀਂ ਸੁਣ ਰਹੇ ਹਾਂ। ਤਾਂ ਨਿਸ਼ਚੈ ਗੁਰੂ ਪਿਆਰਿਓ, ਜਦੋਂ ਸਤਿਗੁਰੂ ਤੇ ਅਕਾਲ ਪੁਰਖ ਆਪਸ 'ਚ ਗੱਲਾਂ ਕਰ ਰਹੇ ਆ, ਅਸੀਂ ਸੁਣ ਰਹੇ ਹਾਂ, ਤੇ ਸਾਨੂੰ ਵੀ ਤਾਂ ਗੁਰੂ ਪਿਆਰਿਓ ਲਾਭ ਮਿਲੂਗਾ ਨਾ। ਜੇ ਦੋ ਗੁਰੂ ਪਿਆਰਿਓ ਮਹਾਂਪੁਰਖਾਂ ਦੀ ਚਰਚਾ ਹੋ ਰਹੀ ਹੈ, ਦੋ ਵਿਦਵਾਨਾਂ ਦੀ ਚਰਚਾ ਹੋ ਰਹੀ ਹੈ, ਤੇ ਤੀਜਾ ਕੋਲ ਬੈਠ ਕੇ ਸੁਣ ਰਿਹਾ ਹੈ, ਤੇ ਉਹਦੇ ਵੀ ਤਾਂ ਗਿਆਨ 'ਚ ਵਾਧਾ ਹੁੰਦਾ ਹੈ ਨਾ, ਉਹਨੂੰ ਵੀ ਤਾਂ ਗੁਰੂ ਪਿਆਰਿਓ ਬਹੁਤ ਕੁਝ ਸਮਝ ਆਉਂਦਾ ਹੈ ਨਾ। ਹੁਣ ਇੱਥੇ ਗੱਲਾਂ ਕੌਣ ਕਰ ਰਹੇ ਹੈ? ਗੱਲਾਂ ਕਰ ਰਹੇ ਨੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਅਕਾਲ ਪੁਰਖ ਪਰਮੇਸ਼ਵਰ। ਅਸੀਂ ਸੁਣ ਰਹੇ ਹਾਂ। ਕੀ ਕਹਿੰਦੇ ਨੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਵਾਹਿਗੁਰੂ ਨੂੰ? ਕਹਿੰਦੇ, ਵਾਹਿਗੁਰੂ ਹੇ ਪਰਮੇਸ਼ਵਰ ਜੀ, ਤੇਰਾ ਜਨ, ਤੇਰਾ ਜਨ। ਹੁਣ ਜਨ ਦਾ ਅਰਥ ਕੀ ਹੈ ਗੁਰੂ ਪਿਆਰਿਓ? ਇੱਥੇ ਜਨ ਦਾ ਅਰਥ ਹੈ ਭਗਤ, ਦਾਸ ਕਹਿ ਲਓ, ਸੇਵਕ ਕਹਿ ਲਓ, ਸੰਤ ਕਹਿ ਲਓ, ਸਾਧੂ ਕਹਿ ਲਓ। ਕਹਿੰਦੇ ਹੇ ਪਰਮੇਸ਼ਵਰ, ਹੇ ਵਾਹਿਗੁਰੂ, ਤੇਰਾ ਜਿਹੜਾ ਸੇਵਕ ਹੈ, ਤੇਰਾ ਜਿਹੜਾ ਭਗਤ ਹੈ, ਤੇਰਾ ਜਿਹੜਾ ਜਨ ਹੈ, ਰਾਮ ਨਾਮ ਰੰਗ ਜਾਗਾ, ਉਹ ਤੇਰੇ ਨਾਮ ਦੀ ਰੰਗਤ ਦੇ ਵਿੱਚ ਰੰਗਿਆ ਜਾਗਦਾ ਹੈ, ਸਾਵਧਾਨ ਹੈ, ਸੁਚੇਤ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਵਾਹਿਗੁਰੂ ਨੂੰ ਕਹਿੰਦੇ ਹੈ ਕਿ ਵਾਹਿਗੁਰੂ ਤੇਰਾ ਜਿਹੜਾ ਭਗਤ ਹੈ ਨਾ, ਉਹ ਤੇਰੇ ਨਾਮ ਦੇ ਵਿੱਚ ਰੰਗਿਆ ਸਾਵਧਾਨੀ ਨਾਲ ਜ਼ਿੰਦਗੀ ਜਿਉਂਦਾ ਹੈ, ਸਾਵਧਾਨੀ ਨਾਲ ਜ਼ਿੰਦਗੀ। ਹੁਣ ਸਾਵਧਾਨੀ ਨਾਲ ਜ਼ਿੰਦਗੀ ਜਿਉਣ ਦਾ ਇੱਥੇ ਮਤਲਬ ਕੀ ਹੈ? ਸਾਵਧਾਨੀ ਨਾਲ ਜ਼ਿੰਦਗੀ ਜਿਉਣ ਦਾ ਮਤਲਬ ਹੈ ਗੁਰੂ ਪਿਆਰਿਓ ਕਿ ਬੋਲਣਾ ਸੋਚ ਸਮਝ ਕੇ, ਕਿ ਮੈਂ ਕਿਸੇ ਨੂੰ ਵੀ ਆਪਣੀ ਜ਼ੁਬਾਨ ਦੇ ਵਿੱਚੋਂ ਮਾੜੇ ਲਫ਼ਜ਼ਾਂ ਨਾਲ ਸੰਬੋਧਨ ਨਾ ਹੋ ਜਾਵਾਂ। ਜੇ ਸੁਣਦਾ ਤੇ ਸਾਵਧਾਨੀ ਨਾਲ, ਕੋਈ ਕਿਸੇ ਦਾ ਮਾੜਾ ਕਹਿਆ ਲਫ਼ਜ਼ ਮੇਰੇ ਕੰਨਾਂ 'ਚ ਨਾ ਪੈ ਜਾਏ। ਖਾਣਾ ਤਾਂ ਮੇਰੇ ਖਾਣੇ ਦੇ ਵਿੱਚ ਕਿਤੇ ਕੋਈ ਬੇਈਮਾਨੀ ਦਾ ਅੰਸ਼ ਨਾ ਹੋਵੇ। ਤੁਰਨਾ ਤੇ ਸਾਵਧਾਨੀ ਦੇ ਨਾਲ ਤੁਰਨਾ, ਕਿਤੇ ਕੋਈ ਉੱਚਾ ਨੀਵਾਂ ਕੋਈ ਪੈਰ ਜਿਹੜਾ ਹੈ ਕਿਤੇ ਟਿਕ ਨਾ ਜਾਵੇ, ਮੈਂ ਡਿੱਗ ਨਾ ਪਵਾਂ, ਕਿਤੇ ਠੇਡਾ ਨਾ ਵੱਜ ਜੇ। ਹੁਣ ਸਿਆਣਾ ਬੰਦਾ ਜਦੋਂ ਸਫ਼ਰ ਕਰਦਾ ਪੈਦਲ, ਉਹ ਸਾਵਧਾਨੀ ਨਾਲ ਤੁਰਦਾ ਨਾ, ਖਾਸ ਤੌਰ 'ਤੇ ਉਸ ਰਸਤੇ 'ਤੇ ਜਿਹੜਾ ਰਸਤਾ ਖਰਾਬ ਹੈ, ਉੱਚਾ ਨੀਵਾਂ। ਕਿਉਂਕਿ ਜੇ ਸਾਵਧਾਨੀ ਨਾਲ ਨਾ ਤੁਰੂਗਾ ਤੇ ਡਿੱਗ ਪਊਗਾ ਗੁਰੂ ਪਿਆਰਿਓ, ਠੇਡਾ ਖਾ ਜੂਗਾ, ਸੱਟ ਫੇਟ ਵੱਜ ਜੂਗੀ। ਤਾਂ ਇਹ ਸੰਸਾਰ ਵੀ ਟੇਢਾ ਬਿੰਗਾ ਉੱਚਾ ਨੀਵਾਂ ਰਸਤਾ ਹੈ, ਤੇ ਇਸ ਟੇਢੇ ਬਿੰਗੇ ਉੱਚੇ ਨੀਵੇਂ ਰਸਤੇ ਦੇ ਵਿੱਚ ਜਿਹੜੇ ਵਾਹਿਗੁਰੂ ਦੇ ਸੇਵਕ ਹੁੰਦੇ ਆ, ਉਹ ਸਾਵਧਾਨੀ ਨਾਲ ਲੰਘਦੇ ਆ, ਡਿੱਗ ਨਾ ਪਈਏ ਕਿਤੇ, ਡਿੱਗ ਨਾ ਪਈਏ ਕਿਤੇ, ਬੋਝ ਬੋਝ ਕੇ ਪੈਰ ਧਰਦੇ ਲੰਘਦੇ, ਸਾਵਧਾਨੀ ਨਾਲ ਜ਼ਿੰਦਗੀ ਜਿਉਂਦੇ। ਇੱਕ ਕਹਾਵਤ ਹੈ ਗੁਰੂ ਪਿਆਰਿਓ ਪੰਜਾਬੀ ਦੀ, ਕਹਿੰਦੇ ਕੁਝ ਕਰੀਏ। ਕਈ ਵਾਰੀ ਹੁੰਦਾ ਨਾ ਗੁਰੂ ਪਿਆਰਿਓ, ਖਿਆਲ ਆਉਂਦਾ ਹੈ ਮਾੜਾ ਕਰਨ ਦੀ। ਗੁਰੂ ਪਿਆਰਿਓ ਬੰਦਾ ਜਿਹੜਾ ਹੈ ਸੋਚ ਰੱਖ ਲੈਂਦਾ ਤੇ ਮਾੜਾ ਕਰਦਾ। ਕਹਿੰਦੇ ਕੁਝ ਕਰੀਏ ਤਾਂ ਡਰੀਏ। ਜੇ ਅਸੀਂ ਕੋਈ ਮਾੜਾ ਕੰਮ ਕਰਦੇ ਆ ਨਾ, ਤੇ ਜ਼ਰੂਰ ਡਰਨਾ ਚਾਹੀਦਾ ਹੈ ਵੀ ਇਸ ਮਾੜੇ ਕੰਮ ਦਾ ਮਾੜਾ ਫਲ ਜਿਹੜਾ ਸਾਨੂੰ ਮਿਲਣਾ। ਕਹਿੰਦੇ ਜੇ ਮਾੜਾ ਕੰਮ ਨਹੀਂ ਕਰਦੇ ਤੇ ਫੇਰ ਕੀ ਕਰਨਾ ਚਾਹੀਦਾ? ਜੇ ਮਾੜਾ ਕੰਮ ਨਹੀਂ ਕਰਦੇ, ਕਹਿੰਦੇ ਕੁਝ ਕਰੀਏ ਤਾਂ ਡਰੀਏ, ਜੇ ਨਾ ਕਰੀਏ ਤੇ ਦੂਣਾ ਡਰੀਏ। ਡੂਣਾ ਕਰੀਏ, ਦੁੱਗਣਾ ਡਰੀਏ। ਤੇ ਸਵਾਲ ਪੈਦਾ ਹੁੰਦਾ ਹੈ ਵੀ ਜਦੋਂ ਮਾੜਾ ਕੰਮ ਹੀ ਨਹੀਂ ਕਰਨਾ, ਫੇਰ ਡਰਨ ਦੀ ਕੀ ਲੋੜ ਹੈ? ਕਿਉਂਕਿ ਗੁਰੂ ਪਿਆਰਿਓ, ਇਸ ਸੰਸਾਰ ਦੇ ਵਿੱਚ ਐਸੇ ਬਹੁਤ ਸਾਰੇ ਲੋਕ ਹੈ ਜਿਹੜੇ ਮਾੜਾ ਕੰਮ ਨਹੀਂ ਕਰਦੇ, ਨਾ ਗੁਰੂ ਪਿਆਰਿਓ ਕਰਨਾ ਚਾਹੁੰਦੇ ਆ, ਲੇਕਿਨ ਲੋਕ ਉਹਨਾਂ ਨੂੰ ਫਿਰ ਵੀ ਮਾੜਾ ਬਣਾ ਦਿੰਦੇ। ਔਰ ਇਹਦਾ ਇਤਿਹਾਸ ਗਵਾਹ ਹੈ, ਇਤਿਹਾਸ ਗਵਾਹ। ਵੱਡੇ ਵੱਡੇ ਸਾਧੂ ਸੰਤ ਰਿਸ਼ੀਆਂ ਮੁਨੀਆਂ ਨੂੰ ਮਾੜੇ ਲੋਕਾਂ ਨੇ ਮਾੜੇ ਵਿਚਾਰਾਂ ਦੇ ਨਾਲ ਦਾਗੀ ਕਰਨ ਦਾ ਯਤਨ ਕੀਤਾ। ਇਸ ਕਰਕੇ ਗੁਰੂ ਪਿਆਰਿਓ, ਜੇ ਅਸੀਂ ਕੁਝ ਵੀ ਨਹੀਂ ਕਰਦੇ ਨਾ, ਤਾਂ ਫਿਰ ਵੀ ਗੁਰੂ ਪਿਆਰਿਓ ਡਰਦਿਆਂ ਜ਼ਿੰਦਗੀ ਬਤੀਤ ਕਰਨੀ ਚਾਹੀਦੀ ਹੈ ਵੀ ਪਤਾ ਨਹੀਂ ਕਿਹੜੇ ਵੇਲੇ ਕੀ ਨੇ ਕੀ ਕਹਿ ਦੇਣਾ। ਦਿੰਦੇ ਫਿਰ ਉਹ ਸਫਾਈਆਂ ਦਿੰਦੇ।
ਕਿਹਨੂੰ ਕਿਹਨੂੰ ਸਪਸ਼ਟੀਕਰਨ ਦਿੰਦੇ ਫਿਰੋਗੇ। ਇਹ ਜ਼ਮਾਨਾ ਐਸਾ ਗੁਰੂ ਪਿਆਰਿਓ ਆ ਗਿਆ ਹੈ। ਇੱਥੇ ਉਹ ਬਚ ਸਕਦਾ ਹੈ ਜਿਹਨੂੰ ਪਰਮੇਸ਼ਵਰ ਬਚਾਵੇ, ਵਾਹਿਗੁਰੂ ਬਚਾਵੇ। ਵਰਨਾ ਗੁਰੂ ਪਿਆਰਿਓ ਜੇ ਬੰਦਾ ਕਹੇ ਨਾ ਮੈਂ ਆਪਣੀ ਸਿਆਣਪ ਨਾਲ, ਆਪਣੀ ਚਤੁਰਾਈ ਨਾਲ, ਮੈਂ ਆਪਣੇ ਹੌਸਲੇ ਤੇ, ਆਪਣੇ ਬਲਬੂਤੇ ਦੇ ਉੱਤੇ, ਮੈਂ ਆਪਣੇ ਜਿਗਰੇ ਦੇ ਬਲਬੂਤੇ ਦੇ ਉੱਤੇ ਬਚ ਜੂੰਗਾ, ਨਹੀਂ ਬਚ ਸਕਦਾ ਗੁਰੂ ਪਿਆਰਿਓ ਕੋਈ ਵੀ। ਤਾਂ ਪਰਮੇਸ਼ਵਰ ਰੱਖੇ ਜਿਹਦੀ ਪੱਤ ਤੇ ਪੱਤ ਰਹਿ ਸਕਦੀ ਹੈ ਗੁਰੂ ਪਿਆਰਿਓ, ਵਰਨਾ ਨਹੀਂ ਰਹਿ ਸਕਦੇ। ਇੱਥੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਵਾਹਿਗੁਰੂ ਜੀ ਤੇਰੇ ਜਿਹੜਾ ਸੇਵਕ ਹੈ ਨਾ, ਤੇਰਾ ਜਿਹੜਾ ਭਗਤ ਹੈ, ਉਹ ਤੇਰੇ ਨਾਮ ਰੰਗ ਦੇ ਵਿੱਚ ਰੰਗਿਆ, ਤੇਰੇ ਪ੍ਰੇਮ ਰੰਗ ਦੇ ਵਿੱਚ ਰੰਗਿਆ, ਤੇਰੀ ਭਗਤੀ ਰੰਗ ਦੇ ਵਿੱਚ ਰੰਗਿਆ, ਜਾਗਦਾ ਹੈ। ਹੁਣ ਜਾਗਦਾ ਦਾ ਮਤਲਬ ਹੈ ਕਿ ਸਾਵਧਾਨੀ ਨਾਲ ਜ਼ਿੰਦਗੀ ਜਿਉਂਦਾ ਹੈ, ਸੁੱਤਾ ਨਹੀਂ ਤੁਰਦਾ, ਜਾਗਦਾ ਤੁਰਦਾ ਹੈ। ਜਾਗਦਾ ਤੁਰਨ ਦਾ ਮਤਲਬ ਹੈ ਕਿ ਸਾਵਧਾਨੀ ਦੇ ਨਾਲ ਤੁਰਦਾ ਹੈ, ਸਾਵਧਾਨੀ ਦੇ ਨਾਲ ਜ਼ਿੰਦਗੀ ਜਿਉਂਦਾ ਹੈ। ਇਹ ਪਾਤਸ਼ਾਹ ਪਹਿਲੀ ਪੰਕਤੀ 'ਚ ਅਕਾਲ ਪੁਰਖ ਨੂੰ ਸੰਬੋਧਨ ਕਰਦੇ ਨੇ, ਤੇ ਦੂਜੀ ਪੰਕਤੀ 'ਚ ਕੀ ਕਹਿੰਦੇ ਨੇ ਗੁਰੂ ਪਿਆਰੇ? ਦੂਜੀ ਪੰਕਤੀ 'ਚ ਪਾਤਸ਼ਾਹ ਕਹਿੰਦੇ ਨੇ ਆਲਸ ਛੀਜ ਗਿਆ ਸਭ ਤਨ ਤੇ। ਆਲਸ, ਹੁਣ ਆਲਸ ਦਾ ਮਤਲਬ ਕੀ ਹੈ ਗੁਰੂ ਪਿਆਰਿਓ? ਆਲਸ ਦਾ ਮਤਲਬ ਹੁੰਦਾ ਸੁਸਤੀ। ਆਲਸ ਛੀਜ ਗਿਆ, ਛੀਜ ਦਾ ਮਤਲਬ ਕੀ ਹੁੰਦਾ ਹੈ? ਛੀਜ ਦਾ ਮਤਲਬ ਹੁੰਦਾ ਛਿੱਜਣਾ। ਆਪਾਂ ਕਹਿੰਦੇ ਨਾ ਕੱਪੜਾ ਤਾਂ ਛਿੱਜ ਗਿਆ, ਕੱਪੜਾ ਛਿੱਜ ਗਿਆ। ਛਿੱਜ ਗਿਆ ਦਾ ਮਤਲਬ ਹੈ ਬੋਦਾ ਹੋ ਗਿਆ, ਖਰਾਬ ਹੋ ਗਿਆ, ਪਾਟ ਗਿਆ, ਖਤਮ ਹੋ ਗਿਆ, ਬਰਬਾਦ ਹੋ ਗਿਆ। ਇਵੇਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਆਲਸ ਛੀਜ ਗਿਆ, ਆਲਸ ਛਿੱਜ ਗਿਆ, ਆਲਸ ਖਤਮ ਹੋ ਗਿਆ। ਕਿੱਥੋਂ? ਕਹਿੰਦੇ ਸਭ ਤਨ ਤੇ, ਸਰੀਰ ਦੇ ਅੰਦਰੋਂ ਸਾਰਾ ਹੀ ਆਲਸ ਖਤਮ ਹੋ ਗਿਆ। ਮਹਾਰਾਜ ਕਿਹਦੇ ਸਰੀਰ ਚੋਂ ਸਾਰਾ ਆਲਸ ਖਤਮ ਹੋ ਗਿਆ? ਸੁਸਤੀ ਕਿਹਦੇ ਸਰੀਰ ਚੋਂ ਖਤਮ ਹੋ ਗਈ? ਆਪਾਂ ਪੁੱਛੀਏ ਮਹਾਰਾਜ ਨੂੰ, ਮਹਾਰਾਜ ਕਿਹਦੇ ਸਰੀਰ ਚੋਂ ਆਲਸ ਖਤਮ ਹੋ ਗਿਆ? ਤੁਸੀਂ ਕਹਿੰਦੇ ਹੋ ਆਲਸ ਛੀਜ ਗਿਆ ਸਭ ਤਨ ਤੇ, ਸਾਰਾ ਹੀ ਆਲਸ ਸਰੀਰ ਦੇ ਵਿੱਚੋਂ ਖਤਮ ਹੋ ਗਿਆ। ਮਹਾਰਾਜ ਕਿਹਦਾ? ਸਤਿਗੁਰੂ ਜੀ ਕਹਿੰਦੇ ਪ੍ਰੀਤਮ ਸਿਉ ਮਨ ਲਾਗਾ, ਜਿਹਦਾ ਮਨ ਪ੍ਰੀਤਮ ਨਾਲ ਲੱਗ ਗਿਆ ਉਹਦਾ ਆਲਸ ਭੱਜ ਗਿਆ। ਹੁਣ ਪ੍ਰੀਤਮ ਕੌਣ ਹੈ ਗੁਰੂ ਪਿਆਰਿਓ? ਇੱਥੇ ਪ੍ਰੀਤਮ ਹੁੰਦਾ ਪਿਆਰਾ। ਤੇ ਕਿਹੜੇ ਪਿਆਰੇ ਦੀ ਗੱਲ ਕਰ ਰਹੇ ਆ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ? ਅਕਾਲ ਪੁਰਖ ਦੀ, ਵਾਹਿਗੁਰੂ ਦੀ। ਵਾਹਿਗੁਰੂ ਦੀ ਗੱਲ ਕਰਦੇ ਨੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਕਹਿੰਦੇ ਸਿੱਖੋ, ਐ ਭਾਈ ਪੁੱਤਰੋ, ਜਿਹਦਾ ਮਨ ਵਾਹਿਗੁਰੂ ਦੇ ਨਾਲ ਲੱਗ ਗਿਆ, ਪ੍ਰੀਤਮ ਸਿਉ, ਸਿਉ ਦਾ ਮਤਲਬ ਕੀ ਆ? ਨਾਲ। ਪ੍ਰੀਤਮ ਸਿਉ ਮਨ ਲਾਗਾ, ਜਿਹਦਾ ਮਨ ਪ੍ਰੀਤਮ ਦੇ ਨਾਲ ਲੱਗ ਗਿਆ, ਵਾਹਿਗੁਰੂ ਦੇ ਨਾਲ ਲੱਗ ਗਿਆ। ਆਲਸ ਛੀਜ ਗਿਆ ਸਭ ਤਨ ਤੇ, ਉਹਦਾ ਸਾਰਾ ਹੀ ਕਹਿੰਦੇ ਆਲਸ ਸਰੀਰ ਚੋਂ ਨਿਕਲ ਗਿਆ, ਸੁਸਤੀ ਨਿਕਲ ਗਈ ਉਹਦੇ ਅੰਦਰੋਂ। ਤੇ ਸੁਸਤੀ ਦੇ ਵਿੱਚ ਬੰਦਾ ਗੁਰੂ ਪਿਆਰਿਓ ਕਈ ਵਾਰੀ ਠੇਡੇ ਫੇਡੇ ਖਾਂਦਾ ਤੁਰਿਆ ਜਾਂਦਾ ਹੈ। ਜਦੋਂ ਸੁਸਤੀ ਖਤਮ ਹੋ ਗਈ, ਆਲਸ ਖਤਮ ਹੋ ਗਿਆ, ਬੰਦਾ ਸਾਵਧਾਨ ਹੋ ਗਿਆ। ਤੇ ਜਦੋਂ ਸਾਵਧਾਨ ਹੋ ਗਿਆ ਤੇ ਫਿਰ ਗੁਰੂ ਪਿਆਰਿਓ ਠੇਡਿਆਂ ਫੇਡਿਆਂ ਤੋਂ ਬਚ ਗਿਆ। ਇਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਸ਼ਬਦ ਦੀ ਰਹਾਉ ਦੀ ਪੰਕਤੀ ਦੇ ਵਿੱਚ ਸਾਨੂੰ ਸਮਝਾਉਂਦੇ ਨੇ। ਹੁਣ ਸਮੁੱਚੇ ਸ਼ਬਦ ਵਿੱਚ ਕੀ ਸਮਝਾਉਂਦੇ ਨੇ ਉਹ ਆਪਾਂ ਸਰਵਣ ਕਰਨਾ ਹੈ। ਜਿੰਨੇ ਕੁ ਵੱਡੇ ਭਾਗਾਂ ਸਦਕਾ ਅੱਜ ਆਪਾਂ ਗੁਰੂ ਕੀ ਗੋਦ 'ਚ ਜੁੜੇ ਬੈਠੇ ਹਾਂ, ਮਨ ਬਿਰਤੀਆਂ ਇਕਾਗਰ ਕਰ ਲਈਏ, ਗੁਰੂ ਕੇ ਸ਼ਬਦ 'ਚ ਧਿਆਨ ਜੋੜਦੇ ਹਾਂ। ਸਾਰੀ ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾ। ਜਿਸ ਕਉ ਬਿਸਰੈ ਪ੍ਰਾਨ ਪਤ ਦਾਤਾ, ਸੋਈ ਗਨਹੁ ਅਭਾਗਾ। ਤਨਾਸਰੀ ਰਾਗ ਦਾ ਨਾਂ ਹੈ ਗੁਰੂ ਪਿਆਰਿਓ। ਮਹੱਲਾ ਪੰਜਵਾ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਬਦ ਹੈ। ਇੱਕ ਗੱਲ ਚੇਤੇ ਰੱਖਣੀ ਗੁਰੂ ਪਿਆਰਿਓ ਕਿ ਸਾਡੀ ਦੁਨੀਆ ਦੇ ਬੰਦਿਆਂ ਦੀ ਸੋਚ ਦੇ ਵਿੱਚ ਤੇ ਗੁਰੂ ਦੀ ਸੋਚ ਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ। ਸਾਡੀ ਮੱਤ ਦੇ ਵਿੱਚ
ਤੇ ਗੁਰੂ ਦੀ ਮੱਤ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ, ਅੰਤਰ ਹੈ। ਕਿਵੇਂ? ਹੁਣ ਅਸੀਂ ਭਾਗਾਂ ਵਾਲਾ ਕਿਹਨੂੰ ਕਹਿੰਦੇ ਹਾਂ ਗੁਰੂ ਪਿਆਰਿਓ? ਸਾਡੀ ਜਿਹੜੀ ਸੋਚ ਹੈ ਉਹ ਭਾਗਾਂ ਵਾਲਾ ਕਿਹਨੂੰ ਕਹਿੰਦੀ ਹੈ? ਸਾਡੀ ਸੋਚ ਭਾਗਾਂ ਵਾਲਾ ਉਸ ਬੰਦੇ ਨੂੰ ਕਹਿੰਦੀ ਹੈ ਜਿਹਦੇ ਕੋਲੇ ਧਨ ਬਹੁਤ ਹੈ, ਜਿਹਦੇ ਕੋਲੇ ਧਨ ਬਹੁਤ ਜ਼ਿਆਦਾ। ਕਹਿੰਦੇ ਬੜਾ ਕਿਸਮਤ ਵਾਲਾ ਬਈ, ਬੜਾ ਪੈਸਾ ਇਹਦੇ ਕੋਲੇ। ਜਿਹਦੇ ਗੁਰੂ ਪਿਆਰਿਓ ਕੋਲ ਪੁੱਤਰ ਨੇ, ਧੀਆਂ ਨੇ, ਔਲਾਦ ਹੈ, ਬੜਾ ਬਈ ਭਾਗਾਂ ਵਾਲਾ, ਇਹਦੇ ਪੁੱਤਰ ਨੇ, ਧੀਆਂ ਨੇ। ਜਿਹਦੇ ਪੁੱਤਰ ਧੀ ਆਗਿਆ 'ਚ ਚੱਲਦੇ ਨੇ, ਕਹਿੰਦੇ ਵੀ ਬੜਾ ਭਾਗਾਂ ਵਾਲਾ, ਇਹਦੇ ਪੁੱਤ ਧੀ ਤਾਂ ਆਗਿਆ 'ਚ ਚੱਲਦੇ ਨੇ। ਜਿਹਦੇ ਕੋਲੇ ਰਾਜ ਭਾਗ ਹੈ ਜਾਂ ਜਿਹਨੂੰ ਰਾਜ ਭਾਗ ਮਿਲ ਜੇ, ਆਪਾਂ ਕਹਿੰਦੇ ਹਾਂ ਬੜਾ ਕਿਸਮਤ ਵਾਲਾ ਹੈ, ਬੜਾ ਭਾਗਾਂ ਵਾਲਾ ਹੈ, ਭਾਈ ਰਾਜ ਭਾਗ ਮਿਲ ਗਿਆ। ਤੇ ਬਦਕਿਸਮਤ ਕਿਹਨੂੰ ਕਹਿੰਦੇ ਹਾਂ ਅਸੀਂ ਗੁਰੂ ਪਿਆਰਿਓ? ਅਸੀਂ ਬਦਕਿਸਮਤ ਉਹਨੂੰ ਕਹਿੰਦੇ ਹਾਂ ਜਿਹਦੇ ਕੋਲੇ ਪੈਸਾ ਨਹੀਂ ਹੈ। ਅਸੀਂ ਬਦਕਿਸਮਤ ਉਹਨੂੰ ਕਹਿੰਦੇ ਹਾਂ ਗੁਰੂ ਪਿਆਰਿਓ ਜਿਹੜਾ ਰੋਗੀ ਹੈ, ਸਰੀਰ ਨੂੰ ਕੋਈ ਰੋਗ ਚੰਬੜ ਗਿਆ। ਅਸੀਂ ਬਦਕਿਸਮਤ ਉਹਨੂੰ ਕਹਿੰਦੇ ਹਾਂ ਜਿਹੜਾ ਕਿਸੇ ਮੁਸੀਬਤ 'ਚ ਫਸ ਗਿਆ। ਅਸੀਂ ਬਦਕਿਸਮਤ ਗੁਰੂ ਪਿਆਰਿਓ ਉਹਨੂੰ ਕਹਿੰਦੇ ਹਾਂ ਜਿਹਦੇ ਕੋਲੇ ਨੌਕਰੀ ਨਹੀਂ ਹੈ ਜਾਂ ਨੌਕਰੀ ਹੈ ਤੇ ਖੁੱਸ ਗਈ ਹੈ। ਅਸੀਂ ਕਹਿੰਦੇ ਬੜਾ ਮਾੜਾ ਭਈ, ਬੜੇ ਮੰਦੇ ਲੇਖ ਹੈ। ਅਸੀਂ ਭਾਗਾਂ ਵਾਲਾ ਬਦਕਿਸਮਤ ਉਹਨੂੰ ਕਹਿੰਦੇ ਹਾਂ ਜਿਹਦਾ ਗੁਰੂ ਪਿਆਰਿਓ ਕੋਈ ਪਿਆਰਾ ਜੀ ਵਿਛੜ ਗਿਆ, ਬੜਾ ਬਦਕਿਸਮਤ ਹੈ। ਇੱਕ ਹੀ ਪੁੱਤ ਸੀ, ਸੰਸਾਰ ਤੋਂ ਚਲਾ ਗਿਆ, ਬੜਾ ਬਦਕਿਸਮਤ ਹੈ, ਬੜਾ ਅਭਾਗਾ ਹੈ। ਹੁਣ ਜੇ ਅਸੀਂ ਗੁਰੂ ਨੂੰ ਪੁੱਛੀਏ ਵੀ ਮਹਾਰਾਜ ਤੁਸੀਂ ਭਾਗਾਂ ਵਾਲਾ ਕਿਹਨੂੰ ਕਹਿੰਦੇ ਹੋ, ਜਾਂ ਤੁਹਾਡੀ ਨਜ਼ਰ ਦੇ ਵਿੱਚ ਬਦਕਿਸਮਤ ਕੌਣ ਹੈ? ਸਾਡੀ ਨਜ਼ਰ 'ਚ ਤਾਂ ਪਤਾ ਹੀ ਹੈ ਬਦਕਿਸਮਤ ਕੌਣ ਹੈ। ਜਿਹਦੇ ਕੋਲੇ ਨੌਕਰੀ ਨਹੀਂ ਹੈ, ਜਿਹਦੇ ਕੋਲੇ ਪੈਸਾ ਨਹੀਂ ਹੈ, ਜਿਹਦੇ ਕੋਲੇ ਰਹਿਣ ਲਈ ਘਰ ਨਹੀਂ ਹੈ, ਜਿਹਦੇ ਕੋਲੇ ਔਲਾਦ ਨਹੀਂ ਹੈ, ਜਿਹਦੇ ਕੋਲੇ ਗੁਰੂ ਪਿਆਰਿਓ ਕੋਈ ਚੱਜ ਦੇ ਪਾਉਣ ਵਾਸਤੇ ਕੱਪੜੇ ਨਹੀਂ ਹੈ, ਜਿਹਦੇ ਕੋਲੇ ਢੰਗ ਦਾ ਖਾਣ ਵਾਸਤੇ ਭੋਜਨ ਨਹੀਂ ਹੈ, ਅਸੀਂ ਕਹਿੰਦੇ ਬਦਕਿਸਮਤ ਹੈ। ਪਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨਹੀਂ ਭਾਈ, ਸਾਡੀ ਸੋਚ ਨਹੀਂ ਹੈ। ਕਹਿੰਦੇ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਕਹਿੰਦੇ ਬਸਤਾ ਟੁੱਟੀ ਝੁੰਪਰੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿੰਨਾ। ਕਹਿੰਦੇ ਕੋਈ ਜੇ ਕੋਈ ਝੌਂਪੜੀ 'ਚ ਵਸਦਾ ਹੈ, ਪਾਟੇ ਪੁਰਾਣੇ ਕੱਪੜੇ ਪਾਏ ਨੇ, ਝੌਂਪੜੀ 'ਚ ਵਸਦਾ ਹੈ, ਪਾਟੇ ਪੁਰਾਣੇ ਕੱਪੜੇ ਪਾਏ ਨੇ, ਨਾ ਉਹਦਾ ਕਹਿੰਦੇ ਕੋਈ ਆਦਰ ਹੈ, ਸਤਿਕਾਰ ਹੈ, ਮਾਣ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਆ ਬਸਤਾ ਟੁੱਟੀ ਝੁੰਪਰੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿੰਨਾ। ਤੇ ਜੰਗਲ ਦੇ ਵਿੱਚ ਰੋਈਆਂ ਬੀਆਬਾਨ ਦੇ ਵਿੱਚ ਰਹਿੰਦਾ। ਅਸੀਂ ਕੀ ਕਹਾਂਗੇ? ਅਸੀਂ ਕਹਾਂਗੇ ਬੜਾ ਬਦਕਿਸਮਤ ਹੈ। ਪਰ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਕਹਿੰਦੇ ਉਹ ਤਾਂ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ ਜੇ ਉਹ ਵਾਹਿਗੁਰੂ ਨਾਲ ਜੁੜਿਆ ਹੋਇਆ। ਉੱਥੇ ਸਾਰੀ ਸ੍ਰਿਸ਼ਟੀ ਦਾ ਰਾਜਾ ਜੇ ਉਹ ਪਰਮਾਤਮਾ ਨਾਲ ਜੁੜਿਆ ਹੋਇਆ ਤਾਂ ਦੇਖੋ ਕਿੱਡੀ ਕਮਾਲ ਦੀ ਗੱਲ ਹੈ। ਹੁਣ ਅਸੀਂ ਜਿਹੜੇ ਮਹਾਂਪੁਰਖਾਂ ਦਾ ਗੁਰੂ ਪਿਆਰਿਓ ਅਸੀਂ ਦਿਨ ਮਨਾਉਂਦੇ ਹਾਂ, ਜਿਹੜੇ ਮਹਾਂਪੁਰਖਾਂ ਦੀ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ 'ਚ ਸੁਭਾਇਮਾਨ ਹੈ, ਅਸੀਂ ਉਹਨਾਂ ਮਹਾਂਪੁਰਖਾਂ ਦਾ ਜੀਵਨ ਦੇਖੀਏ। ਉਹ ਬਹੁਤੇ ਪੈਸੇ ਵਾਲੇ ਥੋੜ੍ਹੇ ਸੀ। ਭਗਤ ਕਬੀਰ ਜੀ, ਮਹਾਂਪੁਰਖ ਬਾਬਾ ਰਵਿਦਾਸ ਜੀ, ਬਾਬਾ ਸਧਨਾ ਜੀ, ਭਗਤ ਬਾਬਾ ਸਧਨਾ ਜੀ, ਭਗਤ ਬਾਬਾ ਸੈਣ ਜੀ, ਭਗਤ ਬਾਬਾ ਧੰਨਾ ਜੀ, ਇਹਨਾਂ ਕੋਲੇ ਕਿਹੜੇ ਪੈਸੇ ਸੀ, ਕਿਹੜੀਆਂ ਗੁਰੂ ਪਿਆਰਿਓ ਜਾਇਦਾਦਾਂ ਸੀ, ਕਿਹੜੇ ਇਹਨਾਂ ਕੋਲੇ ਗੁਰੂ ਪਿਆਰਿਓ ਰਾਜ ਭਾਗ ਸੀ। ਲੇਕਿਨ ਸਾਰੇ ਜਗਤ ਦੇ ਰਾਜੇ ਅੱਜ ਵੀ ਨੇ ਐਸਾ ਰਾਜ ਪ੍ਰਾਪਤ ਕੀਤਾ ਜਿਹੜਾ ਕਦੇ ਖਤਮ ਹੀ ਨਹੀਂ ਹੁੰਦਾ। ਕਿਵੇਂ ਕੀਤਾ? ਪਰਮੇਸ਼ਵਰ ਨਾਲ ਜੁੜ ਕੇ, ਵਾਹਿਗੁਰੂ ਨਾਲ ਜੁੜ ਕੇ। ਤਾਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਪੁੱਛੀਏ, ਮਹਾਰਾਜ ਜੀ ਤੁਹਾਡੀ ਦ੍ਰਿਸ਼ਟੀ ਦੇ ਵਿੱਚ ਬਦਕਿਸਮਤ ਕੌਣ ਹੈ, ਅਭਾਗਾ ਕੌਣ ਹੈ? ਤਾਂ ਸਤਿਗੁਰੂ ਜੀ ਗੁਰੂ ਪਿਆਰਿਓ ਦੱਸਦੇ ਹੈ, ਕਹਿੰਦੇ ਸਾਡੀ ਦ੍ਰਿਸ਼ਟੀ ਦੇ ਵਿੱਚ ਅਭਾਗਾ ਹੈ ਜਿਸ ਕਉ ਬਿਸਰੈ ਪ੍ਰਾਨ ਪਤ ਦਾਤਾ। ਜਿਸ ਕਉ ਬਿਸਰੈ, ਜਿਸ ਨੂੰ, ਕਉ ਦਾ ਅਰਥ ਹੈ ਗੁਰੂ ਪਿਆਰਿਓ ਨੂੰ। ਬਾਣੀ 'ਚ ਕਉ ਸ਼ਬਦ ਦਾ ਅਰਥ ਨੂੰ ਵੀ ਹੈ ਤੇ ਕਉ ਜਿਹੜਾ ਸ਼ਬਦ ਹੈ ਇਹ ਲਈ ਦੇ ਅਰਥਾਂ 'ਚ ਵੀ ਆਉਂਦਾ ਹੈ, ਸੰਬੰਧਕੀ ਪਦ ਹੈ। ਕਹਿੰਦੇ ਜਿਸ ਕਉ ਬਿਸਰੈ, ਜਿਸ ਨੂੰ ਬਿਸਰ ਜਾਂਦਾ ਹੈ, ਭੁੱਲ ਜਾਂਦਾ ਹੈ। ਕੌਣ ਭੁੱਲ ਜਾਂਦਾ ਹੈ? ਕਿਹਦੀ ਗੱਲ ਕਰਦੇ ਨੇ? ਵਾਹਿਗੁਰੂ ਦੀ ਗੱਲ ਕਰਦੇ ਨੇ। ਤੇ ਵਾਹਿਗੁਰੂ ਲਈ ਦੋ ਸ਼ਬਦ ਵਰਤੇ ਨੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ। ਕਿਹੜੇ ਕਿਹੜੇ? ਇੱਕ ਪ੍ਰਾਣਪਤ ਦਾਤਾ, ਇੱਕ ਪ੍ਰਾਣਪਤ, ਦੂਜਾ ਦਾਤਾ। ਹੁਣ ਪ੍ਰਾਣਪਤ ਦਾ ਮਤਲਬ ਕੀ ਹੈ ਗੁਰੂ ਪਿਆਰਿਓ? ਪ੍ਰਾਣਪਤ
ਪਤ ਦੇ ਤੱਤੇ ਨੂੰ ਸਿਹਾਰੀ ਲੱਗੀ ਆ, ਇਹਦਾ ਅਰਥ ਹੈ ਪਤੀ, ਤੇ ਪਤੀ ਦਾ ਅਰਥ ਹੁੰਦਾ ਹੈ ਮਾਲਕ, ਤੇ ਪ੍ਰਾਣ ਪਤ ਦਾ ਮਤਲਬ ਹੋ ਗਿਆ ਪ੍ਰਾਣਾਂ ਦਾ ਮਾਲਕ, ਸਵਾਸਾਂ ਦਾ ਮਾਲਕ। ਹੁਣ ਸਵਾਸਾਂ ਦਾ ਮਾਲਕ ਕੌਣ ਹੈ ਗੁਰੂ ਪਿਆਰਿਓ? ਸਵਾਸਾਂ ਦਾ ਮਾਲਕ ਅਸੀਂ ਹੈ? ਨਹੀਂ, ਬਿਲਕੁਲ ਨਹੀਂ। ਅਸੀਂ ਸਵਾਸਾਂ ਦੇ ਮਾਲਕ ਥੋੜ੍ਹੀ ਹਾਂ। ਭਾਵੇਂ ਸਾਡੇ ਸਵਾਸ ਹੈ, ਅਸੀਂ ਕਹਿੰਦੇ ਸਾਡੇ ਸਾਹ ਹੈ, ਪਰ ਅਸੀਂ ਮਾਲਕ ਨਹੀਂ ਹੈ ਸਵਾਸਾਂ ਦੇ। ਜੇ ਅਸੀਂ ਮਾਲਕ ਹੁੰਦੇ ਨਾ ਤੇ ਅਸੀਂ ਸਾਹ ਕਦੇ ਖਤਮ ਹੀ ਨਾ ਹੋਣ ਦਈਏ, ਪਰ ਅਸੀਂ ਮਾਲਕ ਨਹੀਂ ਹੈ। ਇਹ ਸਾਡੇ ਸਵਾਸ ਜਿਹੜੇ ਚੱਲਦੇ ਨੇ, ਜਿਹਦੇ ਹੁਕਮ 'ਚ ਚੱਲਦੇ ਨੇ, ਮਾਲਕ ਉਹ ਹੈ, ਅਸੀਂ ਮਾਲਕ ਨਹੀਂ ਹੈ। ਚੱਲਦੇ ਸਾਡੇ ਅੰਦਰ ਹੈ ਸਵਾਸ, ਜਿਹੜੇ ਸਵਾਸ ਹੈ ਚੱਲਦੇ ਸਾਡੇ ਅੰਦਰ ਜ਼ਰੂਰ ਹੈ, ਪਰ ਅਸੀਂ ਸਵਾਸਾਂ ਦੇ ਮਾਲਕ ਨਹੀਂ ਹਾਂ। ਮਾਲਕ ਕੇਵਲ ਤੇ ਕੇਵਲ, ਕੇਵਲ ਤੇ ਕੇਵਲ ਅਕਾਲ ਪੁਰਖ ਹੈ। ਔਰ ਜਿੰਨਾ ਚਿਰ ਉਹਨੇ ਸਾਡੇ ਸਰੀਰ ਦੇ ਅੰਦਰ ਸਵਾਸਾਂ ਦਾ ਵਾਜਾ ਵਜਾਉਣਾ, ਵਾਜਾ ਵੱਜੀ ਜਾਣਾ, ਜਦੋਂ ਉਹਨੇ ਵਾਜਾ ਬੰਦ ਕਰਤਾ, ਵਾਜਾ ਬੰਨਣਾ ਬੰਦ ਹੋ ਜਾਣਾ। ਇਹ ਉਹਦੀ ਕਲਾ ਹੈ, ਉਹਦੀ ਤਾਕਤ ਹੈ, ਉਹਦਾ ਹੁਕਮ ਹੈ, ਉਹਦੀ ਰਜ਼ਾ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਕਹਿੰਦੇ ਪ੍ਰਾਣਾਂ ਦਾ ਮਾਲਕ, ਸਵਾਸਾਂ ਦਾ ਮਾਲਕ ਅਕਾਲ ਪੁਰਖ ਹੈ। ਤੇ ਦੂਜਾ ਸ਼ਬਦ ਕੀ ਹੈ? ਦਾਤਾ। ਹੁਣ ਦਾਤਾ ਕੌਣ ਹੈ ਗੁਰੂ ਪਿਆਰਿਓ? ਜਗਤ ਦੇ ਵਿੱਚ ਦਾਤਾ ਕੇਵਲ ਅਕਾਲ ਪੁਰਖ ਹੀ ਹੈ, ਕੇਵਲ ਅਕਾਲ ਪੁਰਖ। ਔਰ ਜਿੱਡਾ ਵੱਡਾ ਦਾਤਾ ਅਕਾਲ ਪੁਰਖ ਹੈ, ਦੁਨੀਆ ਦੀ ਕੋਈ ਤਾਕਤ ਓਡਾ ਵੱਡਾ ਦਾਤਾ ਨਹੀਂ ਬਣ ਸਕਦੀ ਗੁਰੂ ਪਿਆਰਿਓ। ਬੜੇ ਯਤਨ ਕੀਤੇ ਹੈ, ਅੱਜ ਵੀ ਯਤਨ ਕਰਦੇ ਨੇ, ਲੇਕਿਨ ਕੋਈ ਦਾਤਾ ਨਹੀਂ ਬਣ ਸਕਦਾ ਉਸ ਵਾਹਿਗੁਰੂ ਦੇ ਸਮਰੱਥ, ਵਾਹਿਗੁਰੂ ਦੇ ਤੁੱਲ। ਦੇਖੋ ਗੁਰੂ ਪਿਆਰਿਓ ਕਿੰਨੀ ਕਮਾਲ ਦੀ ਗੱਲ। ਆ ਜਿਹੜੇ ਦੁਨੀਆ 'ਚ ਦਾਤੇ ਹੈ ਨਾ, ਜਿਹੜੇ ਦੁਨੀਆ ਦੇ ਦਾਤੇ ਆ, ਖਵਾਉਂਦੇ ਆ, ਇਹ ਬੰਦਿਆਂ ਨੂੰ ਮੁਫਤ ਦੇ ਸਕਦੇ ਆ, ਬੰਦਿਆਂ ਨੂੰ ਮੁਫਤ ਖਵਾ ਸਕਦੇ ਆ। ਪਰ ਵਾਹਿਗੁਰੂ ਐਸਾ ਦਾਤਾ ਹੈ ਜਿਹੜਾ ਬੰਦਿਆਂ ਨੂੰ ਨਹੀਂ, ਇਨਸਾਨਾਂ ਨੂੰ ਨਹੀਂ, ਬਲਕਿ ਹਰ ਇੱਕ ਜੋਨ ਨੂੰ, ਚਾਹੇ ਉਹ ਸਮੁੰਦਰ ਦੇ ਅੰਦਰ ਰਹਿੰਦੀ ਹੈ, ਚਾਹੇ ਧਰਤੀ ਦੇ ਵਿੱਚ ਰਹਿੰਦੀ ਹੈ, ਚਾਹੇ ਧਰਤੀ ਦੇ ਉੱਪਰ ਰਹਿੰਦੀ ਹੈ, ਚਾਹੇ ਆਕਾਸ਼ 'ਚ ਉੱਡਦੀ ਹੈ, ਪਸ਼ੂ ਪੰਛੀ, ਪੇੜ ਪੌਦੇ, ਕੀੜੇ ਮਕੌੜੇ, ਜਲ ਜੰਤੂ, ਸਭ ਨੂੰ ਗੁਰੂ ਪਿਆਰਿਓ ਦੇਣ ਵਾਲਾ ਜਿਹੜਾ ਹੈ ਉਹ ਅਕਾਲ ਪੁਰਖ ਹੈ, ਔਰ ਮੁਫਤ ਦਿੰਦਾ। ਉਹਦੀ ਰੀਸ ਕੌਣ ਕਰ ਸਕਦਾ ਗੁਰੂ ਪਿਆਰਿਓ? ਉਹਦੀ ਕੋਈ ਰੀਸ ਨਹੀਂ ਕਰ ਸਕਦਾ। ਦੁਨੀਆ 'ਚ ਕੋਈ ਦਾਤਾ ਨਹੀਂ ਬਣ ਸਕਦਾ ਗੁਰੂ ਪਿਆਰਿਓ। ਦਾਤਾ ਕੇਵਲ ਤੇ ਕੇਵਲ, ਕੇਵਲ ਤੇ ਕੇਵਲ ਇੱਕੋ ਹੈ। ਦੱਦਾ ਦਾਤਾ ਏਕ ਹੈ, ਸਭ ਕਉ ਦੇਵਨਹਾਰ। ਦੇਖੋ ਗੁਰੂ ਪਿਆਰਿਓ ਕਿੱਡੀ ਕਮਾਲ ਦੀ ਗੱਲ ਕਹੀ ਹੈ ਪਾਤਸ਼ਾਹ ਨੇ। ਕਹਿੰਦੇ ਦੱਦਾ ਦਾਤਾ ਏਕ ਹੈ, ਸਭ ਕਉ ਦੇਵਨਹਾਰ, ਜਿਹੜਾ ਸਾਰਿਆਂ ਨੂੰ ਹੀ ਦਿੰਦਾ, ਸਾਰਿਆਂ ਨੂੰ ਹੀ। ਦੁਨੀਆ ਦੇ ਦਾਤੇ ਪੱਖਪਾਤ ਕਰ ਜਾਂਦੇ ਆ ਗੁਰੂ ਪਿਆਰਿਓ। ਕਈ ਵਾਰੀ ਜਿਹੜੇ ਲੋੜ ਵਾਲੇ ਹੁੰਦੇ ਆ ਉਹ ਰਹਿ ਜਾਂਦੇ ਆ, ਜਿਨ੍ਹਾਂ ਨੂੰ ਲੋੜ ਨਹੀਂ ਹੁੰਦੀ ਉਹ ਲੈ ਜਾਂਦੇ ਆ। ਪਰ ਵਾਹਿਗੁਰੂ ਪੱਖਪਾਤ ਨਹੀਂ ਕਰਦਾ ਗੁਰੂ ਪਿਆਰਿਓ ਕਿਸੇ ਨਾਲ। ਉਹ ਹਰ ਇੱਕ ਨੂੰ ਦਿੰਦਾ ਹੈ, ਹਰ ਇੱਕ ਨੂੰ, ਚਾਹੇ ਕੋਈ ਵੀ ਹੈ ਸੰਸਾਰ ਦੇ ਅੰਦਰ। ਇੱਕ ਗੁਰੂ ਪਿਆਰਿਓ ਖਿਆਲ ਸਾਡੇ ਮਨਾਂ ਦੇ ਵਿੱਚ ਅਕਸਰ ਹੀ ਪਨਪਦਾ, ਔਰ ਅਕਸਰ ਹੀ ਕਈ ਲੋਕ ਕਹਿੰਦੇ ਨੇ, ਲਓ ਜੀ, ਉਲਾਂਭੇ ਵੀ ਦਿੰਦੇ ਨੇ, ਲਓ ਜੀ ਮੈਨੂੰ ਵਾਹਿਗੁਰੂ ਨੇ ਕੀ ਦਿੱਤਾ, ਮੈਨੂੰ ਪਰਮੇਸ਼ਵਰ ਨੇ ਕੀ ਦਿੱਤਾ, ਮੈਨੂੰ ਵਾਹਿਗੁਰੂ ਨੇ ਕੀ ਦਿੱਤਾ, ਮੈਨੂੰ ਪਰਮੇਸ਼ਵਰ ਨੇ ਕੀ ਦਿੱਤਾ। ਇਹ ਉਲਾਂਭੇ ਗੁਰੂ ਪਿਆਰਿਓ ਅਸੀਂ ਅਕਸਰ ਹੀ ਸੁਣਦੇ ਹਾਂ ਸੰਸਾਰ ਸਮਾਜ ਦੇ ਅੰਦਰ, ਖਾਸ ਤੌਰ 'ਤੇ ਉਹਨਾਂ ਲੋਕਾਂ ਵੱਲੋਂ ਜਿਹੜੇ ਗੁਰੂ ਪਿਆਰਿਓ ਪਰਮੇਸ਼ਵਰ ਦੀ ਹੋਂਦ ਤੋਂ ਮੁਨਕਰ ਹੈ, ਜਾਂ ਜਿਹੜੇ ਪਰਮੇਸ਼ਵਰ ਦੀ ਹੋਂਦ ਨੂੰ ਤਾਂ ਮੰਨਦੇ ਆ ਲੇਕਿਨ ਉਹਦੇ 'ਤੇ ਪੂਰਾ ਭਰੋਸਾ ਨਹੀਂ ਕਰਦੇ, ਅੱਧਾ ਪਚੱਧਾ ਜਿਹਾ ਭਰੋਸਾ ਕਰਦੇ ਨੇ। ਇੱਕ ਗੱਲ ਚੇਤੇ ਰੱਖਣੀ ਗੁਰੂ ਪਿਆਰਿਓ, ਉਸ ਪਰਮ ਪਿਤਾ ਵਾਹਿਗੁਰੂ ਨੇ ਸਾਨੂੰ ਸਭ ਤੋਂ ਕੀਮਤੀ ਇਸ ਸੰਸਾਰ ਦੇ ਅੰਦਰ ਧਰਤੀ ਦਿੱਤੀ ਹੈ, ਫਿਰ ਪਾਣੀ ਦਿੱਤਾ ਹੈ, ਫਿਰ ਗੁਰੂ ਪਿਆਰਿਓ ਹਵਾ ਦਿੱਤੀ ਹੈ, ਫਿਰ ਅੱਗ ਦਿੱਤੀ ਹੈ, ਆਕਾਸ਼ ਦਿੱਤਾ ਹੈ। ਇਹ ਉਸ ਪਰਮਾਤਮਾ ਦੀਆਂ ਬਖਸ਼ਿਸ਼ਾਂ ਨੇ, ਤੇ ਅਸੀਂ ਇਹਨਾਂ ਚੀਜ਼ਾਂ ਦੀ ਕੀਮਤ ਹੀ ਨਹੀਂ ਸਮਝਦੇ, ਮੁੱਲ ਹੀ ਨਹੀਂ ਸਮਝਦੇ। ਨਾ ਪਾਣੀ ਦੀ ਕੀਮਤ ਸਮਝਦੇ ਆ, ਨਾ ਹਵਾ ਦੀ ਸਮਝਦੇ ਆ, ਨਾ ਅੱਗ ਦੀ ਸਮਝਦੇ ਆ, ਨਾ ਮਿੱਟੀ ਦੀ ਸਮਝਦੇ ਆ, ਧਰਤੀ ਦੀ ਸਮਝਦੇ ਆ। ਅਸੀਂ ਕੀਮਤ ਨਹੀਂ ਸਮਝਦੇ। ਅਸੀਂ ਇਸ ਕਰਕੇ ਗੁਰੂ ਪਿਆਰਿਓ ਇਹਨਾਂ ਨੂੰ ਬਰਬਾਦ ਕਰਨ ਦਾ ਵੀ ਯਤਨ ਕਰਦੇ। ਅਸੀਂ ਸਮਝਦੇ ਕਿਹਨੂੰ ਆ? ਪੈਸੇ ਨੂੰ, ਧਨ ਦੌਲਤ ਨੂੰ, ਰਾਜ ਭਾਗ ਨੂੰ ਅਸੀਂ ਜ਼ਿਆਦਾ ਗੁਰੂ ਪਿਆਰਿਓ ਅਹਿਮ ਸਮਝਦੇ ਹਾਂ। ਇੱਕ ਛੋਟੀ ਜਿਹੀ ਕਹਾਣੀ ਹੈ ਤਾਂ ਮਿੱਥ, ਲੇਕਿਨ ਬੜੀ ਸਿੱਖਿਆਦਾਇਕ ਹੈ। ਕਹਿੰਦੇ ਇੱਕ ਵਾਰੀ ਇੱਕ ਰਾਜੇ ਨੂੰ ਬੜਾ ਹੰਕਾਰ, ਮੇਰਾ ਰਾਜ ਭਾਗ, ਮੇਰਾ ਰਾਜ ਭਾਗ, ਮੇਰਾ ਖਜ਼ਾਨਾ, ਮੇਰਾ ਪੈਸਾ।
ਉਹਦਾ ਵਜ਼ੀਰ ਬੜਾ ਸਿਆਣਾ ਸੀ, ਧਰਮੀ ਬੰਦਾ ਸੀ। ਉਹ ਕਦੇ ਕਦੇ ਰਾਜੇ ਨੂੰ ਸਮਝਾਇਆ ਕਰੇ। ਵਜ਼ੀਰ ਸਿਆਣੇ ਹੋਣ ਨਾ ਗੁਰੂ ਪਿਆਰਿਓ, ਤੇ ਫਿਰ ਰਾਜਾ ਜਿਹੜਾ ਹੈ ਉਹ ਨਾ ਸਮਝਦਾਰ ਹੋਣ ਦੇ ਬਾਵਜੂਦ ਵੀ ਸਮਝਦਾਰੀ ਵਾਲਾ ਕੰਮ ਕਰ ਜਾਂਦਾ ਹੈ। ਤੇ ਜੇ ਸਲਾਹਕਾਰ ਮਾੜੇ ਹੋਣ, ਵਜ਼ੀਰ ਮਾੜੇ ਹੋਣ, ਤੇ ਰਾਜਾ ਜਿੰਨਾ ਮਰਜ਼ੀ ਸਿਆਣਾ ਹੋਵੇ ਗੁਰੂ ਪਿਆਰਿਓ, ਉਹ ਕਮਲ ਘੋਟ ਹੀ ਜਾਂਦਾ ਹੁੰਦਾ ਹੈ। ਕਹਿੰਦੇ ਉਹ ਵਜ਼ੀਰ ਬੜਾ ਸਿਆਣਾ ਸੀ, ਤੇ ਉਹ ਰਾਜੇ ਨੂੰ ਕਿਹਾ ਕਰੇ, ਰਾਜਾ ਸਾਹਿਬ ਕਦੇ ਰੱਬ ਦਾ ਨਾਮ ਵੀ ਲੈ ਲਿਆ ਕਰੋ। ਕਹਿੰਦਾ ਰੱਬ ਨੇ ਮੈਨੂੰ ਕੀ ਦਿੱਤਾ? ਆ ਰਾਜ ਭਾਗ ਮੇਰੇ ਪਿਓ ਨੇ ਦਿੱਤਾ ਮੈਨੂੰ, ਮੇਰੇ ਪਿਓ ਨੂੰ ਮੇਰੇ ਦਾਦੇ ਨੇ ਦਿੱਤਾ ਹੈ, ਮੇਰੇ ਦਾਦੇ ਨੇ ਮੈਨੂੰ ਮੇਰੇ ਪੜਦਾਦੇ ਨੇ ਦਿੱਤਾ। ਖਾਨਦਾਨੀ ਰਾਜ ਹੈ ਸਾਡਾ। ਇਹ ਪੈਸਾ ਖਜ਼ਾਨਾ ਇਹ ਮੇਰੇ ਪਿਓ ਨੇ ਮੈਨੂੰ ਦਿੱਤਾ, ਮੇਰੇ ਦਾਦੇ ਨੇ ਮੇਰੇ ਪਿਓ ਨੂੰ ਦਿੱਤਾ। ਰੱਬ ਦਾ ਇਹਦੇ 'ਚ ਕੀ ਰੋਲ ਹੈ? ਮੈਂ ਰੱਬ ਨੂੰ ਕਿਉਂ ਯਾਦ ਕਰਾਂ? ਉਹ ਵਜ਼ੀਰ ਬੜਾ ਪਰੇਸ਼ਾਨ ਹੋਇਆ ਕਰੇ ਵੀ ਕਮਾਲ ਦਾ ਨਾਸਤਕ ਬੰਦਾ ਹੈ, ਪ੍ਰਮਾਤਮਾ ਦਾ ਜ਼ਿਕਰ ਹੀ ਨਹੀਂ ਕਰਦਾ। ਹਰ ਸਾਲ ਆਪਦੇ ਬੁੜੇ ਦੀ ਬਰਸੀ ਮਨਾਉਣ ਤੁਰ ਪੈਂਦਾ ਹੈ ਵੀ ਇਹਨੇ ਮੈਨੂੰ ਰਾਜ ਦਿੱਤਾ, ਇਹਨੇ ਮੈਨੂੰ ਧਨ ਦਿੱਤਾ ਹੈ, ਲੇਕਿਨ ਜਿਹਨੇ ਐਡੀਆਂ ਵੱਡੀਆਂ ਅਲਾਮਤਾਂ ਦਿੱਤੀਆਂ ਨੇ, ਐਡੀਆਂ ਵੱਡੀਆਂ ਬਖਸ਼ਿਸ਼ਾਂ ਕੀਤੀਆਂ ਨੇ, ਪਰਮਾਤਮਾ ਉਹਦਾ ਇਹ ਨਾਂ ਹੀ ਨਹੀਂ ਲੈਂਦਾ, ਉਹਦਾ ਕਦੇ ਉਹਨੂੰ ਯਾਦ ਹੀ ਨਹੀਂ ਕਰਦਾ। ਇੱਕ ਦਿਨ ਕੀ ਹੋਇਆ ਗੁਰੂ ਪਿਆਰਿਓ, ਗਰਮੀ ਦੀ ਰੁੱਤ ਸੀ। ਵਜ਼ੀਰ ਨੇ ਮਨ ਬਣਾ ਲਿਆ ਵੀ ਰਾਜੇ ਨੂੰ ਸਬਕ ਸਿਖਾਉਣਾ। ਉਹ ਰਾਜੇ ਨੂੰ ਦੁਪਹਿਰ ਜੇ ਦੇ ਸਮੇਂ ਕਹਿੰਦਾ, ਰਾਜਾ ਸਾਹਿਬ ਸ਼ਿਕਾਰ ਖੇਡਣ ਜਾਣਾ ਆਪਾਂ, ਚੱਲੀਏ? ਕਹਿੰਦਾ ਚਲੋ ਬਈ। ਬਹਾਨੇ ਦੇ ਨਾਲ ਵਜ਼ੀਰ ਜਿਹੜਾ ਸੀ ਉਹਨੂੰ ਰਾਜਧਾਨੀ ਤੋਂ ਬਹੁਤ ਦੂਰ ਸੰਘਣੇ ਤਿੱਖੜ ਜੰਗਲ ਦੇ ਵਿੱਚ ਲੈ ਗਿਆ, ਤਿੱਖੜ ਦੁਪਹਿਰੇ। ਰਾਜੇ ਨੂੰ ਲੱਗੀ ਪਿਆਸ, ਮਸਾਲੇ ਮੁਸਲਿਆਂ ਵਾਲੀ ਰੋਟੀ ਖਾ ਕੇ ਆਇਆ ਸੀ, ਭੋਜਨ ਖਾ ਕੇ ਆਇਆ ਸੀ, ਬੜੀ ਪਿਆਸ ਲੱਗੀ। ਵਜ਼ੀਰ ਕਹਿਣ ਲੱਗਿਆ ਰਾਜੇ ਨੂੰ, ਰਾਜਾ ਕਹਿਣ ਲੱਗਿਆ ਵਜ਼ੀਰ ਨੂੰ, ਕਹਿੰਦਾ ਵਜ਼ੀਰ ਸਾਹਿਬ ਪਿਆਸ ਬੜੀ ਲੱਗੀ ਆ, ਪਾਣੀ ਦਾ ਪ੍ਰਬੰਧ ਕਰ। ਕਹਿੰਦਾ ਜੀ ਪਾਣੀ ਤਾਂ ਮੇਰੇ ਕੋਲ ਹੈ ਹੀ ਨਹੀਂ, ਪਾਣੀ ਤਾਂ ਲਿਆਉਣਾ ਵੀ ਭੁੱਲ ਗਏ ਆ। ਕਹਿੰਦਾ ਫੇਰ? ਕਹਿੰਦਾ ਜੀ ਪਾਣੀ ਤਾਂ ਜੇ ਅੱਗੇ ਗਏ ਤੇ ਅੱਗੇ ਵੀ ਕਹਿੰਦੇ 50-100 ਕੋਹ ਤੇ ਪਾਣੀ ਹੈ, ਤੇ ਰਾਜਧਾਨੀ ਵੀ ਆਪਣੀ 50-100 ਕੋਹ ਤੇ। ਰਾਜਾ ਬੜੇ ਪਰੇਸ਼ਾਨ ਹੋ ਗਿਆ ਵੀ 50-100 ਕੋਹ ਦੇ ਉੱਤੇ ਜੇ ਪਾਣੀ ਹੈ ਤੇ ਉੱਥੋਂ ਤੱਕ ਤਾਂ ਪਹੁੰਚਦਿਆਂ ਮੇਰੀ ਜਾਨ ਨਿਕਲ ਜੂਗੀ। ਹੁਣ ਕੀ ਕਰੀਏ? ਫਸ ਗਏ, ਕਿਉਂਕਿ ਅੱਗੇ ਵੀ ਪਾਣੀ ਨਹੀਂ ਹੈ, ਪਿੱਛੇ ਵੀ ਪਾਣੀ ਨਹੀਂ ਹੈ, ਸੱਜੇ ਵੀ ਪਾਣੀ ਨਹੀਂ, ਖੱਬੇ ਵੀ ਪਾਣੀ ਨਹੀਂ ਹੈ। ਜਦੋਂ ਗੁਰੂ ਪਿਆਰਿਓ ਵਜ਼ੀਰ ਨੇ ਦੇਖਿਆ ਨਾ ਵੀ ਰਾਜੇ ਦੀ ਪਿਆਸ ਦੇ ਨਾਲ ਜੀਭ ਬਾਹਰ ਆ ਰਹੀ ਹੈ, ਮਰ ਰਿਹਾ ਰਾਜਾ, ਉਦੋਂ ਫਿਰ ਵਜ਼ੀਰ ਰਾਜੇ ਨੂੰ ਕਹਿੰਦਾ, ਰਾਜਾ ਸਾਹਿਬ ਘਬਰਾਓ ਨਾ, ਮੇਰੇ ਕੋਲੇ ਪਾਣੀ ਹੈਗਾ। ਕਹਿੰਦਾ ਕਿੱਥੇ ਹੈ? ਉਹਨੇ ਲੁਕੋ ਕੇ ਲਿਆਂਦੀ ਪਾਣੀ ਦੀ ਜਿਹੜੀ ਸੁਰਾਹੀ ਸੀ ਨਾ ਛੋਟੀ ਜੀ, ਉਹ ਬਾਹਰ ਕੱਢ ਲਈ। ਕਹਿੰਦਾ ਆਹ ਦੇਖੋ ਪਾਣੀ ਜੀ। ਕਹਿੰਦਾ ਉਹ ਕਹਿੰਦਾ ਕਮਾਲ ਦੀ ਗੱਲ ਹੈ, ਪਾਣੀ ਤੂੰ ਨਾਲ ਲਈ ਫਿਰਦਾ ਹੈ, ਮੈਨੂੰ ਕਹਿੰਦੇ ਬਿਲਕੁਲ ਨਹੀਂ ਕਹਿੰਦੇ ਦੱਸਿਆ, ਪਿਆ ਜਲਦੀ ਕਰ ਪਾਣੀ। ਵਜ਼ੀਰ ਕਹਿੰਦਾ ਰਾਜਾ ਸਾਹਿਬ ਇਹ ਪਾਣੀ ਇਉਂ ਨਹੀਂ ਮਿਲਣਾ। ਕਹਿੰਦਾ ਫਿਰ ਕਿਵੇਂ ਮਿਲੂਗਾ? ਕਹਿੰਦਾ ਮੁੱਲ ਮਿਲੂਗਾ, ਜੇ ਖਰੀਦਣਾ ਤਾਂ ਦੇਖ ਲਾ। ਰਾਜਾ ਕਹਿੰਦਾ ਮੁੱਲ ਮਿਲੂਗਾ? ਕਹਿੰਦਾ ਹਾਂਜੀ ਮੁੱਲ ਮਿਲੂਗਾ, ਜੇ ਖਰੀਦ ਸਕਦੇ ਤੇ ਖਰੀਦ ਲਓ। ਕਹਿੰਦਾ ਦੱਸ ਫਿਰ ਕਿੰਨੇ ਪੈਸੇ ਲਏਗਾ ਪਾਣੀ ਦੇ? ਉਹ ਕਹਿੰਦਾ ਪੈਸੇ ਪੂਸੇ ਨਹੀਂ, ਮੈਂ ਤਾਂ ਕਹਿੰਦੇ ਰਾਜਾ ਸਾਹਿਬ ਅੱਧਾ ਗਲਾਸ ਪਿਆਉਂਗਾ ਪਾਣੀ ਦਾ ਤੁਹਾਨੂੰ, ਤੇ ਬਦਲੇ 'ਚ ਅੱਧਾ ਰਾਜ ਲਊਂਗਾ, ਦੇਖ ਲਓ। ਕਹਿੰਦੇ ਰਾਜੇ ਨੇ ਸੋਚਿਆ ਵੀ ਜੇ ਜਾਨ ਹੀ ਚਲੀ ਗਈ, ਰਾਜ ਮੈਂ ਕੀ ਕਰਨਾ ਹੈ। ਉਹਨੇ ਫਟਾਫਟ ਵਜ਼ੀਰ ਨੂੰ ਕਹਿੰਦਾ ਚੱਲ ਠੀਕ ਹੈ, ਅੱਧਾ ਰਾਜ ਦਿੱਤਾ। ਵਜ਼ੀਰ ਨੇ ਕਾਗਜ਼ ਕੱਢੀ, ਕਲਮ ਦਵਾਤ ਕੱਢੀ, ਕਹਿੰਦਾ ਲਓ ਜੀ ਮੈਨੂੰ ਲਿਖ ਦਿਓ ਅੱਧਾ ਰਾਜ। ਰਾਜੇ ਨੇ ਉਸੇ ਵੇਲੇ ਪਾਣੀ ਤੋਂ ਮਰਦੇ ਨੇ ਅੱਧਾ ਰਾਜ ਜਿਹੜਾ ਸੀ ਵਜ਼ੀਰ ਦੇ ਨਾਂ ਕਰਤਾ। ਉਹਨੇ ਅੱਧਾ ਗਲਾਸ ਪਾਣੀ ਦਾ ਪਿਆਤਾ, ਤੁਰ ਪਏ ਰਾਜਧਾਨੀ ਵੱਲ ਨੂੰ। ਥੋੜ੍ਹੇ ਚਿਰ ਬਾਅਦ ਫੇਰ ਪਿਆਸ ਲੱਗਿਆ, ਗੱਲ ਨਾ ਬਣੀ ਅੱਧੇ ਗਲਾਸ ਨਾਲ। ਕਹਿੰਦਾ ਵਜ਼ੀਰ ਪਾਣੀ ਤਾਂ ਹੋਰ ਚਾਹੀਦਾ ਹੈ। ਕਹਿੰਦਾ ਜੀ ਪੀ ਲਓ, ਮੇਰੇ ਕੋਲ ਹੈਗਾ। ਕਹਿੰਦਾ ਫਿਰ ਪਿਆ। ਕਹਿੰਦਾ ਜੀ ਮੁੱਲ ਦੇਊਂਗਾ। ਕਹਿੰਦੇ ਕਿੰਨੀ ਕੀਮਤ? ਕਹਿੰਦੇ ਪਹਿਲਾਂ ਜਿੰਨੀ। ਅੱਧਾ ਗਲਾਸ ਹੋਰ ਪਿਆ ਦਿੰਦਾ ਤੇ ਬਾਕੀ ਦਾ ਰਾਜ ਵੀ ਲਿਖ ਦਿਓ। ਉਹ ਕਹਿੰਦਾ ਠੀਕ ਹੈ। ਉਹਨੇ ਅੱਧਾ ਗਲਾਸ ਹੋਰ ਪਿਆਤਾ, ਉਹਨੇ ਬਾਕੀ ਦਾ ਅੱਧਾ ਰਾਜ ਵੀ ਜਿਹੜਾ ਸੀ ਵਜ਼ੀਰ ਨੂੰ ਲਿਖ ਦਿੱਤਾ। ਇੰਨੇ ਨੂੰ ਰਾਜਧਾਨੀ ਆ ਗਏ। ਵਜ਼ੀਰ ਰਾਜੇ ਨੂੰ ਕਹਿੰਦਾ ਲਓ ਜੀ ਚੱਲੋ, ਚੱਕੋ ਆਪਣਾ ਜੁੱਲੀ ਬਿਸਤਰਾ ਤੇ ਬਾਹਰ, ਹੁਣ ਰਾਜ ਭਾਗ ਤਾਂ ਮੇਰਾ। ਜਦੋਂ ਰਾਜਾ ਆਪਣਾ ਜੁੱਲੀ ਬਿਸਤਰਾ ਚੱਕ ਕੇ ਲੱਗਿਆ ਨਾ ਰਾਜ ਮਹਿਲ ਦੇ ਵਿੱਚੋਂ ਬਾਹਰ ਨਿਕਲਣ, ਫਿਰ ਵਜ਼ੀਰ ਨੇ ਬਾਂਹ ਫੜ ਲਈ। ਕਹਿੰਦਾ ਵਜ਼ੀਰ ਸਾਹਿਬ, ਰਾਜਾ ਸਾਹਿਬ ਸੁਣੋ। ਕਹਿੰਦਾ ਦੱਸੋ ਬਈ। ਕਹਿੰਦਾ ਤੂੰ ਹਮੇਸ਼ਾ ਹੀ ਮਾਣ ਕਰਦਾ ਹੁੰਦਾ ਸੀ ਮੇਰਾ ਰਾਜ, ਮੇਰਾ ਰਾਜ, ਮੇਰਾ ਰਾਜ। ਤੈਨੂੰ ਪਤਾ ਲੱਗ ਗਿਆ ਤੇਰੇ ਰਾਜ ਦੀ ਕੀਮਤ ਕਿੰਨੀ ਹੈ, ਵੈਲਿਊ ਕਿੰਨੀ ਹੈ? ਤੇਰੇ ਰਾਜ ਦੀ ਕੀਮਤ ਜਿਹੜੀ ਹੈ ਪਾਣੀ ਦਾ ਇੱਕ ਗਲਾਸ ਹੈ, ਇੱਕ ਪਾਣੀ ਦਾ ਗਲਾਸ। ਮੰਨਦਾ ਇਸ ਗੱਲ ਨੂੰ?
ਕਹਿੰਦਾ ਮੰਨਦਾ ਵੀ ਮੇਰੇ ਰਾਜ ਦੀ ਕੀਮਤ ਇੱਕ ਪਾਣੀ ਦਾ ਗਲਾਸ ਹੈ। ਕਹਿੰਦਾ ਹੁਣ ਇਹ ਦੱਸ ਵੀ ਰੋਜ਼ ਕਿੰਨੇ ਪਾਣੀ ਦੇ ਗਲਾਸ ਪੀਣਾ? ਕਹਿੰਦਾ ਰੋਜ਼ ਦੇ ਤਾਂ ਮੈਂ 8-10 ਗਲਾਸ ਪੀ ਜਾਂਦਾ। ਕਹਿੰਦਾ ਫਿਰ ਜਿਹੜੇ ਵਾਹਿਗੁਰੂ ਨੇ ਪਾਣੀ ਦਿੱਤਾ ਕਦੇ ਉਹਦਾ ਧੰਨਵਾਦ ਕੀਤਾ? ਆਪਦੇ ਰਾਜ ਦੇ ਹੀ ਸੋਲੇ ਗਾਉਂਦਾ ਰਿਹਾ, ਮੇਰਾ ਰਾਜ ਮੇਰਾ ਰਾਜ ਮੇਰਾ ਰਾਜ। ਤੇਰੇ ਰਾਜ ਦੀ ਕੀਮਤ ਪਾਣੀ ਦਾ ਇੱਕ ਗਲਾਸ ਹੈ ਤੇ ਤੂੰ ਰੋਜ਼ ਪਾਣੀ ਦੇ 8-10 ਗਲਾਸ ਜਿਹੜਾ ਉਹ ਚੜ੍ਹ ਜਾਂਦਾ। ਤੇ ਇਹ ਪਾਣੀ ਤੈਨੂੰ ਪਰਮੇਸ਼ਵਰ ਨੇ ਦਿੱਤਾ ਹੈ, ਵਾਹਿਗੁਰੂ ਨੇ ਦਿੱਤਾ ਹੈ, ਤੇ ਕਦੇ ਉਹਦਾ ਧੰਨਵਾਦ ਕੀਤਾ? ਕਹਿੰਦਾ ਨਹੀਂ। ਕਹਿੰਦਾ ਫਿਰ ਰਾਜ ਭਾਗ ਸੰਭਾਲ ਲਾ, ਪਰ ਇੱਕ ਗੱਲ ਚੇਤੇ ਰੱਖ, ਕਹਿੰਦੇ ਉਸ ਮਾਲਕ ਦਾ, ਉਸ ਵਾਹਿਗੁਰੂ ਦਾ ਧੰਨਵਾਦ ਕਰਨਾ ਕਦੇ ਭੁੱਲੀ ਨਾ। ਫਿਰ ਉਹਨੂੰ ਅਕਲ ਆਈ, ਵਾਕਈ ਗੱਲ ਸਹੀ ਹੈ। ਪਾਣੀ ਦੀ ਕੀਮਤ ਅਸੀਂ ਇਸ ਕਰਕੇ ਨਹੀਂ ਜਾਣਦੇ ਗੁਰੂ ਪਿਆਰਿਓ, ਕਿਉਂਕਿ ਇਹ ਸਾਨੂੰ ਮੁਫਤ 'ਚ ਮਿਲੀ ਜਾਂਦਾ ਹੈ। ਪਰ ਜਿਸ ਦਿਨ ਪਾਣੀ ਖਤਮ ਹੋ ਗਿਆ, ਉਹਦੇ ਦੀ ਵੈਲਿਊ ਦਾ, ਉਹਦੇ ਦੀ ਕੀਮਤ ਦਾ ਪਤਾ ਲੱਗਣਾ, ਜਿਹਦੇ ਪੀਣ ਵਾਸਤੇ ਵੀ ਨਾ ਮਿਲਿਆ। ਹੁਣ ਤਾਂ ਅਸੀਂ ਬਰਬਾਦ ਕਰ ਰਹੇ ਹਾਂ ਨਾ, ਡੋਲੀ ਜਾ ਰਹੇ ਹਾਂ ਗੁਰੂ ਪਿਆਰਿਓ, ਧੜਾ ਧੜ ਧੜਾ ਧੜ ਧੜਾ ਧੜ। ਜਿਸ ਦਿਨ ਪਾਣੀ ਪੀਣ ਵਾਸਤੇ ਵੀ ਨਾ ਰਿਹਾ, ਅਸਲ ਪਾਣੀ ਦੀ ਕੀਮਤ ਦਾ ਪਤਾ ਜਿਹੜਾ ਹੈ ਉਹ ਸਾਨੂੰ ਉਦੋਂ ਲੱਗਣਾ ਹੈ, ਉਨਾ ਚਿਰ ਨਹੀਂ ਲੱਗਣਾ ਗੁਰੂ ਪਿਆਰਿਓ। ਵੈਸੇ ਵੀ ਜਿਹੜੀ ਚੀਜ਼ ਮੁਫਤ ਮਿਲਦੀ ਹੋਵੇ ਨਾ, ਉਹਦੀ ਅਸੀਂ ਕੀਮਤ ਘੱਟ ਹੀ ਜਾਣਦੇ ਹਾਂ ਗੁਰੂ ਪਿਆਰਿਓ, ਕੁਝ ਨਹੀਂ ਜਾਣਦੇ ਕੀਮਤ। ਜੇ ਸੋਨਾ ਮੁਫਤ ਮਿਲਣ ਲੱਗ ਜੇ ਨਾ, ਸੋਨਾ, ਤੇ ਅਸੀਂ ਸੋਨੇ ਦੀ ਕੀਮਤ ਵੀ ਭੁੱਲ ਜਾਵਾਂਗੇ, ਕਿਉਂਕਿ ਜਿਹੜੀ ਚੀਜ਼ ਮੁਫਤ ਮਿਲਦੀ ਹੈ ਉਹਦੀ ਕੀਮਤ ਗੁਰੂ ਪਿਆਰਿਓ ਕੋਈ ਨਹੀਂ ਸਮਝਦਾ, ਔਰ ਉਹਨੂੰ ਬਰਬਾਦ ਜ਼ਿਆਦਾ ਕੀਤਾ ਜਾਂਦਾ ਹੈ, ਜ਼ਿਆਦਾ ਬਰਬਾਦ ਕੀਤਾ ਜਾਂਦਾ ਹੈ, ਜਿਹਦੀ ਕੋਈ ਕੀਮਤ ਨਹੀਂ ਹੁੰਦੀ। ਔਰ ਪਾਣੀ ਦੀ ਕੀਮਤ ਨੂੰ ਅਸੀਂ ਸਮਝਦੇ ਨਹੀਂ ਹਾਂ, ਇਸ ਕਰਕੇ ਬਰਬਾਦ ਕਰ ਰਹੇ ਹਾਂ। ਹਵਾ ਦੀ ਕੀਮਤ ਨੂੰ ਅਸੀਂ ਸਮਝਦੇ ਨਹੀਂ, ਹਵਾ ਬਰਬਾਦ ਕਰ ਰਹੇ। ਔਰ ਨਾ ਗੁਰੂ ਪਿਆਰਿਓ ਧਰਤੀ ਦੀ ਕੀਮਤ ਸਮਝਦੇ ਹਾਂ, ਧਰਤੀ ਵੀ ਬਰਬਾਦ ਕਰੀ ਜਾਂਦੇ ਹਾਂ। ਦੇਖ ਰਹੇ ਨਾ, ਗੰਦਾ ਪਾਣੀ ਜਿਹੜਾ ਹੈ ਕਿਸ ਤਰ੍ਹਾਂ ਗੁਰੂ ਪਿਆਰਿਓ ਸਾਡੇ ਪੀਣ ਵਾਲੇ ਪਾਣੀ ਦੇ ਜਿਹੜੇ ਸੋਮੇ ਹੈ, ਦਰਿਆ, ਨਦੀਆਂ, ਨਹਿਰਾਂ, ਇਹਨਾਂ 'ਚ ਮਿਲਾਇਆ ਜਾ ਰਿਹਾ। ਇੰਡਸਟਰੀ ਦਾ ਪਾਣੀ, ਗੰਦਾ ਫੈਕਟਰੀਆਂ ਦਾ ਪਾਣੀ ਕਿਸ ਤਰ੍ਹਾਂ ਗੁਰੂ ਪਿਆਰਿਓ ਸਾਡੇ ਦਰਿਆਵਾਂ 'ਚ, ਨਹਿਰਾਂ 'ਚ, ਨਦੀਆਂ 'ਚ ਮਿਲਾਇਆ ਜਾ ਰਿਹਾ, ਸਰਕਾਰੀ ਸਰਪ੍ਰਸਤੀ ਦੇ ਵਿੱਚ ਮਿਲਾਇਆ ਜਾ ਰਿਹਾ। ਕੀ ਗੁਰੂ ਪਿਆਰਿਓ ਜਿਹੜੇ ਗੰਦਾ ਪਾਣੀ ਫੈਕਟਰੀਆਂ ਵਾਲੇ ਨਹਿਰਾਂ ਦੇ ਵਿੱਚ ਜਾਂ ਦਰਿਆਵਾਂ ਦੇ ਵਿੱਚ ਮਿਲਾ ਰਹੇ ਆ, ਉਹਨਾਂ ਦੇ ਉੱਤੇ ਸਮੂਹਕ ਪੱਧਰ ਦੇ ਉੱਤੇ ਕਤਲੇਆਮ ਦਾ ਮੁਕੱਦਮਾ ਨਹੀਂ ਦਰਜ ਹੋਣਾ ਚਾਹੀਦਾ? ਵੀ ਕਿੰਨੇ ਬੰਦਿਆਂ ਨੂੰ ਮਾਰ ਰਹੇ ਆ, ਕਿੰਨੇ ਬੰਦੇ ਕੈਂਸਰ ਦੇ ਨਾਲ ਮਰ ਰਹੇ ਆ ਗੰਦਾ ਪਾਣੀ ਪੀ ਕੇ, ਕਿੰਨੇ ਬੰਦੇ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਆ ਗੰਦੇ ਪਾਣੀ ਦੇ ਨਾਲ, ਕਿੰਨੇ ਹਵਾ 'ਚ ਸਾਹ ਲੈ ਕੇ ਫੈਕਟਰੀਆਂ ਦੇ ਧੂਏ ਦੇ ਨਾਲ ਬਿਮਾਰ ਹੋ ਰਹੇ। ਕੀ ਇਹਨਾਂ ਦੇ ਉੱਤੇ ਮੁਕੱਦਮੇ ਨਹੀਂ ਦਰਜ ਹੋਣੇ ਚਾਹੀਦੇ? ਹੋਣੇ ਚਾਹੀਦੇ ਹੈ, ਪਰ ਨਹੀਂ ਹੋ ਰਹੇ। ਕਿਉਂ ਨਹੀਂ ਹੋ ਰਹੇ? ਕਿਉਂਕਿ ਸਰਕਾਰੀ ਸਰਪ੍ਰਸਤੀ ਮਿਲੀ ਹੋਈ ਹੈ, ਔਰ ਜੀਵਨ ਦੇ ਨਾਲ, ਮਨੁੱਖਾਂ ਦੇ ਜੀਵਨ ਦੇ ਨਾਲ ਗੁਰੂ ਪਿਆਰਿਓ ਖਿਲਵਾੜ ਕੀਤਾ ਜਾ ਰਿਹਾ। ਪਾਣੀ ਦੀ ਕੀਮਤ ਬਹੁਤ ਜ਼ਿਆਦਾ ਹੈ, ਔਰ ਜਿਸ ਪਰਮੇਸ਼ਵਰ ਨੇ ਪਾਣੀ ਦਿੱਤਾ ਹੈ ਉਹਦਾ ਗੁਰੂ ਪਿਆਰਿਓ ਸ਼ੁਕਰਾਨਾ ਕਰਨਾ ਬਿਲਕੁਲ ਕਦੇ ਨਹੀਂ ਭੁੱਲਣਾ ਚਾਹੀਦਾ। ਉਹ ਇਸ ਕਰਕੇ ਦਾਤਾ ਹੈ ਕਿਉਂਕਿ ਉਹਨੇ ਪਾਣੀ ਦਿੱਤਾ ਹੈ, ਉਹਨੇ ਹਵਾ ਦਿੱਤੀ ਹੈ, ਉਹਨੇ ਅੱਗ ਦਿੱਤੀ ਹੈ, ਉਹਨੇ ਧਰਤੀ ਦਿੱਤੀ ਹੈ, ਉਹਨੇ ਸਰੀਰ ਦਿੱਤਾ ਹੈ। ਜੀਓ ਪਿੰਡ ਜਨ ਸਾਜਿਆ, ਦਿੱਤਾ ਪਹਿਨਣ ਖਾਨ। ਅਸੀਂ ਕਹਿੰਦੇ ਕੀ ਦਿੱਤਾ? ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਫਿਰ ਯਾਦ ਕਰਾਉਂਦੇ ਆ, ਕਹਿੰਦੇ ਰਮਈਆ ਕੇ ਗੁਣ ਚੇਤ ਪ੍ਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਿਵਾਰ ਸਿਗਾਰਿਆ, ਗਰਭ ਅਗਨ ਮਹਿ ਜਿਨ ਹੈ ਉਬਾਰਿਆ, ਬਾਰ ਬਵਸਥਾ ਤੁਝ ਹੈ ਪਿਆਰੇ ਦੂਧ, ਭਰ ਜੋਬਨ ਭੋਜਨ ਸੁਖ ਸੂਦ, ਬਿਰਧ ਭਇਆ ਉੱਪਰ ਸਾਖ ਸੈਨ, ਮੁਖ ਅਪਿਆਓ ਬੈਠ ਕਉ ਦੈਨ। ਕੀ ਨਹੀਂ ਦਿੱਤਾ ਤੈਨੂੰ ਪਰਮੇਸ਼ਵਰ ਨੇ ਪੁਰਖਾ? ਤੂੰ ਯਾਦ ਨਹੀਂ ਕਰਦਾ ਉਹਨੂੰ। ਇਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਜਿਸ ਕਉ ਬਿਸਰੈ ਪ੍ਰਾਨ ਪਤ ਦਾਤਾ, ਸੋਈ ਗਨਹੋਂ ਅਭਾਗਾ। ਉਹਨੂੰ ਅਭਾਗਾ ਸਮਝੋ, ਕਹਿੰਦੇ ਸੋਈ ਗਨਹੋਂ, ਗਨਹੋਂ ਦਾ ਮਤਲਬ ਹੈ ਗਿਣ ਲਓ, ਸਮਝ ਲਓ। ਅਭਾਗਾ, ਅਭਾਗਾ ਦਾ ਮਤਲਬ ਕੀ ਹੈ ਇੱਥੇ? ਅਭਾਗਾ ਦਾ ਗੁਰੂ ਪਿਆਰਿਓ ਮਤਲਬ ਹੈ ਬਦਕਿਸਮਤ। ਕਹਿੰਦੇ ਉਹਨੂੰ ਬਦਕਿਸਮਤ ਸਮਝ ਲਓ ਜਿਹਨੇ ਵਾਹਿਗੁਰੂ ਨੂੰ ਭੁਲਾ ਦਿੱਤਾ ਹੈ। ਇਹਦਾ ਮਤਲਬ ਗੁਰੂ ਪਿਆਰਿਓ ਜਿੰਨੇ ਰੱਬ ਦੀ ਹੋਂਦ ਤੋਂ ਮੁਨਕਰ ਹੈ ਨਾ, ਵਾਹਿਗੁਰੂ ਦੀ ਹੋਂਦ ਤੋਂ ਮੁਨਕਰ, ਇਹ ਵਿਚਾਰੇ ਬਦਕਿਸਮਤ ਹੀ ਹੈ। ਇਹ ਮਹਾਰਾਜ ਦੀ ਬਾਣੀ ਕਹਿ ਰਹੀ ਹੈ, ਇਹ ਬਦਕਿਸਮਤ ਲੋਕ ਨੇ ਜਿਹੜੇ ਹੋਂਦ ਤੋਂ ਹੀ ਮੁਨਕਰ ਹੋਏ ਬੈਠੇ ਆ, ਉਸ ਪਰਮੇਸ਼ਵਰ ਦੀ ਹੋਂਦ ਤੋਂ ਮੁਨਕਰ ਹੋਏ ਬੈਠੇ ਆ ਜਿਹਨੇ ਸਾਰਾ ਸੰਸਾਰ ਦਿੱਤਾ ਹੈ। ਇਹਨਾਂ ਨੂੰ ਯਾਦ ਕਦੋਂ ਆਉਣਾ? ਜਦੋਂ ਗੁਰੂ ਪਿਆਰਿਓ ਆਖਰੀ ਸਮਾਂ, ਅੱਖਾਂ ਅੱਗੇ ਹਨੇਰਾ ਆ ਗਿਆ। ਅੱਖਾਂ ਅੱਗੇ ਜਦੋਂ ਹਨੇਰਾ ਆ ਗਿਆ, ਭਗਤ ਕਬੀਰ ਜੀ ਇੱਕ ਬਚਨ ਕਹਿੰਦੇ ਆ, ਕਹਿੰਦੇ ਜਮ ਕਾ ਡੰਡ ਮੂੰਡ ਮਹਿ ਲੱਗ। ਕਹਿੰਦੇ ਜਦੋਂ ਮੌਤ ਦਾ ਡੰਡਾ ਸਿਰ ਤੇ ਵੱਜਿਆ ਨਾ,
ਜਦੋਂ ਮੌਤ ਦਾ ਡੰਡਾ ਸਿਰ ਤੇ ਵੱਜਿਆ ਕਹਿੰਦੇ ਉਦੋਂ ਇਹਨਾਂ ਨੂੰ ਪਤਾ ਲੱਗਣਾ। ਹੁਣ ਤਾਂ ਕਹਿੰਦੇ ਸੁੱਤੇ ਐ, ਸੁਪਨੇ ਦੇਖ ਰਹੇ, ਸੁੱਤੇ ਸੁਪਨੇ ਦੇਖ ਰਹੇ ਐ ਰੰਗ ਬਿਰੰਗੇ, ਪਰ ਜਦੋਂ ਕਹਿੰਦੇ ਮੌਤ ਨੇ ਆ ਕੇ ਗੂੜੀ ਨੀਂਦ ਦੇ ਵਿੱਚ ਸੁਪਨੇ ਦੇਖਤਿਆਂ ਨੂੰ ਜਗਾ ਲਿਆ ਨਾ, ਤੇ ਜਦੋਂ ਇਹਨਾਂ ਦੀ ਜਾਗ ਖੁੱਲੀ ਉਦੋਂ ਅਸਲੀਅਤ ਪਤਾ ਲੱਗਣੀ ਆ ਵੀ ਅਸਲੀਅਤ ਤਾਂ ਹੋਰ ਹੈ, ਪਰ ਫਿਰ ਕਰਨ ਜੋਗੇ ਕੁਛ ਨਹੀਂ ਰਹਿਣਾ। ਇਸ ਕਰਕੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰ ਪਿਆਰਿਓ ਇਹ ਬਚਨ ਕਹਿੰਦੇ ਨੇ। ਅੱਗੇ ਉਹੀ ਰਹਾਉ ਦੀਆਂ ਪੰਕਤੀਆਂ ਨੇ ਜਿਹਦੇ ਵਿੱਚ ਸਾਨੂੰ ਸਮਝਾਉਂਦੇ ਨੇ। ਚਰਨ ਕਮਲ ਜਾ ਕਾ ਮਨ ਰਾਗਿਓ, ਅਮੈ ਸਰੋਵਰ ਪਾਗਾ। ਚਰਨ ਕਮਲ ਜਾ ਕਾ ਮਨ ਰਾਗਿਓ, ਜਾ ਕਾ ਮਨ, ਜਾ ਕਾ ਦਾ ਮਤਲਬ ਕੀ ਹੈ ਗੁਰ ਪਿਆਰਿਓ? ਜਾ ਕਾ ਦਾ ਮਤਲਬ ਹੈ ਜਿਸ ਦਾ, ਜਾ ਕਾ ਮਨ ਰਾਗਿਓ ਰੰਗਿਆ ਗਿਆ, ਭਿੱਜ ਗਿਆ। ਕਿਹਦੇ 'ਚ ਭਿੱਜ ਗਿਆ? ਚਰਨ ਕਮਲ। ਹੁਣ ਚਰਨ ਕਮਲ ਦਾ ਕੀ ਮਤਲਬ ਹੈ ਗੁਰੂ ਪਿਆਰਿਓ? ਦੇਖੋ, ਕਮਲ ਦਾ ਫੁੱਲ ਜਿਹੜਾ ਹੈ ਉਹ ਭਾਰਤੀ ਸੰਸਕ੍ਰਿਤੀ ਦੇ ਵਿੱਚ ਸਭ ਤੋਂ ਵੱਡਾ ਮਹਾਨ ਮੰਨਿਆ, ਕਿਉਂਕਿ ਦੇਵੀ ਦੇਵਤਿਆਂ ਦੇ ਅੱਗੇ ਅਰਪਣ ਹੁੰਦਾ ਹੈ ਔਰ ਖੂਬਸੂਰਤ ਵੀ ਹੈ। ਇਸ ਕਰਕੇ ਖੂਬਸੂਰਤ ਹੋਣ ਕਰਕੇ ਗੁਰਬਾਣੀ ਦੇ ਵਿੱਚ ਗੁਰੂ ਦੇ ਚਰਨਾਂ ਨੂੰ ਜਾਂ ਵਾਹਿਗੁਰੂ ਦੇ ਚਰਨਾਂ ਨੂੰ ਕਮਲ ਦੇ ਫੁੱਲ ਦੇ ਨਿਆਈ ਦੱਸਿਆ, ਕਮਲ ਦੇ ਫੁੱਲ ਦੇ ਨਿਆਈ। ਚਰਨ ਕਮਲ ਦਾ ਮਤਲਬ ਹੈ ਕਮਲ ਫੁੱਲ ਵਰਗੇ ਖੂਬਸੂਰਤ ਚਰਨ। ਕਿਹਦੇ? ਪਰਮੇਸ਼ਵਰ ਦੇ। ਹੁਣ ਇੱਥੇ ਇੱਕ ਸਵਾਲ ਪੈਦਾ ਹੁੰਦਾ ਗੁਰੂ ਪਿਆਰਿਓ ਕਿ ਪਰਮੇਸ਼ਵਰ ਦੇ ਚਰਨ ਕਿਹੜੇ ਆ? ਅਸੀਂ ਪੜ੍ਹਦੇ ਹਾਂ ਜਾਪ ਸਾਹਿਬ ਦੇ ਵਿੱਚ, ਚੱਕਰ ਚਿਹਨ ਔਰ ਵਰਨ ਜਾਤ ਔਰ ਪਾਤ ਨਾਹਨ ਜਿਹ ਰੂਪ ਰੰਗ ਔਰ ਰੇਖ ਭੇਖ ਕਉ ਕਹਿ ਨਾ ਸਕਤ ਕਹਿ। ਉਹਦਾ ਤਾਂ ਕੋਈ ਆਕਾਰ ਹੀ ਨਹੀਂ ਹੈ, ਉਹਦਾ ਤਾਂ ਕੋਈ ਰੂਪ ਹੀ ਨਹੀਂ ਹੈ। ਗੁਰਬਾਣੀ ਦੇ ਵਿੱਚ ਵਾਹਿਗੁਰੂ ਦੇ ਚਰਨਾਂ ਦੀ ਵੀ ਗੱਲ ਆਉਂਦੀ ਹੈ, ਗੁਰਬਾਣੀ ਦੇ ਵਿੱਚ ਗੁਰੂ ਦੇ ਚਰਨਾਂ ਦੀ ਵੀ ਗੱਲ ਆਉਂਦੀ ਹੈ। ਗੁਰੂ ਦੇ ਚਰਨ ਕਿਹੜੇ ਨੇ? ਗੁਰੂ ਦੇ ਚਰਨ ਹੈ ਸ਼ਬਦ, ਤੇ ਵਾਹਿਗੁਰੂ ਦੇ ਚਰਨ ਕਿਹੜੇ ਆ? ਨਾਮ। ਪਰਮੇਸ਼ਵਰ ਦੇ ਚਰਨ ਇਹ ਨਾਮ ਹੈ, ਕਿਉਂਕਿ ਸਮੁੱਚੇ ਪਰਮੇਸ਼ਵਰ ਦੇ ਜ਼ਹੂਰ ਦਾ ਪ੍ਰਗਟਾਵਾ ਉਹਦੇ ਨਾਮ ਦੇ ਜ਼ਰੀਏ ਹੁੰਦਾ ਹੈ। ਤਾਂ ਇੱਥੇ ਸਤਿਗੁਰੂ ਜੀ ਕਹਿੰਦੇ ਕੌਲ ਫੁੱਲ ਵਰਗੇ ਪਰਮੇਸ਼ਵਰ ਦੇ ਨਾਮ ਰੂਪੀ ਚਰਨਾਂ ਦੇ ਵਿੱਚ ਜਿਹਦਾ ਮਨ ਜਿਹੜਾ ਹੈ ਉਹ ਰੰਗਿਆ ਗਿਆ। ਮਹਾਰਾਜ ਕਿਹਦਾ ਮਨ ਰੰਗਿਆ ਗਿਆ? ਕਹਿੰਦੇ ਅਮੈ ਸਰੋਵਰ ਪਾਗਾ। ਅਮੈ ਸਰੋਵਰ, ਅਮੈ ਸਰੋਵਰ ਹੈ ਆਤਮਕ ਜੀਵਨ ਦੇਣ ਵਾਲੇ ਅੰਮ੍ਰਿਤ ਦਾ ਸਰੋਵਰ, ਆਤਮਕ ਜੀਵਨ ਦੇਣ ਵਾਲਾ। ਅਮੈ ਦਾ ਮਤਲਬ ਹੈ ਅੰਮ੍ਰਿਤ। ਅੰਮ੍ਰਿਤ ਕਿਹੜਾ? ਆਤਮਕ ਜੀਵਨ ਦੇਣ ਵਾਲਾ। ਸਰੋਵਰ ਦਾ ਮਤਲਬ ਹੈ ਸਰੋਵਰ, ਆਤਮਕ ਜੀਵਨ ਦੇਣ ਵਾਲਾ। ਹੁਣ ਇੱਥੇ ਆਤਮਕ ਜੀਵਨ ਦੇਣ ਵਾਲਾ ਸਰੋਵਰ ਕਿਹੜਾ ਗੁਰੂ ਪਿਆਰੇ? ਜਿਹੜਾ ਆਤਮਕ ਜੀਵਨ ਦਿੰਦਾ, ਉਹ ਸਰੋਵਰ ਜਿਹੜਾ ਆਤਮਕ ਜੀਵਨ ਬਖਸ਼ਦਾ ਉਹ ਵੀ ਪਰਮਾਤਮਾ ਦਾ ਨਾਮ ਹੀ ਹੈ। ਨਾਮ ਦੇ ਜ਼ਰੀਏ ਆਤਮਕ ਜੀਵਨ ਮਿਲਦਾ ਗੁਰੂ ਪਿਆਰਿਓ। ਜਿਹਦਾ ਮਨ ਪਰਮੇਸ਼ਵਰ ਦੇ ਕੌਲ ਫੁੱਲ ਵਰਗੇ ਚਰਨਾਂ ਦੇ ਵਿੱਚ ਰੰਗਿਆ ਗਿਆ, ਜਿਹਦਾ ਮਨ ਨਾਮ ਰੂਪੀ ਅੰਮ੍ਰਿਤ ਸਰੋਵਰ ਦੇ ਵਿੱਚ ਪੈ ਗਿਆ, ਸਮਝ ਲਓ ਗੁਰੂ ਪਿਆਰਿਓ ਉਹ ਪੁਰਖ ਭਾਗਾਂ ਵਾਲਾ ਹੈ। ਤੇ ਜਿਹੜਾ ਕਹਿੰਦੇ ਬਦਕਿਸਮਤ ਹੈ ਉਹ ਹੈ ਜਿਹਨੇ ਵਾਹਿਗੁਰੂ ਨੂੰ ਭੁਲਾ ਦਿੱਤਾ ਹੈ। ਇਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੱਸਦੇ ਨੇ। ਤੇਰਾ ਜਨ ਰਾਮ ਨਾਮ ਰੰਗ ਜਾਗਾ। ਉਹੀ ਰਹਾਉ ਦੀ ਪੰਕਤੀ ਹੈ, ਤੇਰਾ ਜਨ ਰਾਮ ਨਾਮ ਰੰਗ ਜਾਗਾ। ਵਾਹਿਗੁਰੂ ਜੀ ਤੇਰਾ ਜਿਹੜਾ ਭਗਤ ਹੈ, ਤੇਰਾ ਜਿਹੜਾ ਸੇਵਕ ਹੈ, ਉਹ ਵਾਹਿਗੁਰੂ ਦੇ ਨਾਮ ਦੇ ਰੰਗ ਦੇ ਵਿੱਚ ਰੰਗਿਆ, ਜਾਗਦਾ ਹੈ, ਸਾਵਧਾਨ ਹੈ, ਸੁਚੇਤ ਹੋ ਕੇ ਜ਼ਿੰਦਗੀ ਜਿਉਂਦਾ ਹੈ। ਆਲਸ ਸੀਜ ਗਿਆ ਸਭ ਤਨ ਤੇ, ਪ੍ਰੀਤਮ ਸਿਉ ਮਨ ਲਾਗਾ। ਪ੍ਰੀਤਮ ਸਿਉ ਮਨ ਲਾਗਾ, ਜਿਹਦਾ ਪਿਆਰੇ ਪ੍ਰੀਤਮ ਦੇ ਨਾਲ ਮਨ ਜੁੜ ਗਿਆ। ਆਲਸ ਛੀਜ ਗਿਆ ਸਭ ਤਨ ਤੇ, ਉਹਦਾ ਸਾਰਾ ਹੀ ਆਲਸ ਸਰੀਰ ਚੋਂ ਨਿਕਲ ਗਿਆ, ਸਾਰੀ ਸੁਸਤੀ ਸਰੀਰ ਚੋਂ ਨਿਕਲ ਗਈ। ਰਹਾਉ ਜਹ ਜਹ ਪੇਖੋ ਤਹ ਨਾਰਾਇਣ, ਸਗਲ ਘਟਾ ਮਹਿ ਤਾਗਾ। ਹੁਣ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਕਹਿੰਦੇ ਪੁਰਖੋ ਤੁਸੀਂ ਸੋਚਦੇ ਹੋਵੋਗੇ ਵਾਹਿਗੁਰੂ ਕਿੱਥੇ ਹੈ? ਮਹਾਰਾਜ ਕਹਿੰਦੇ ਨੇ ਜਹ ਜਹ ਪੇਖੋ, ਜਿੱਧਰ ਜਿੱਧਰ ਦੇਖਦੇ ਆ, ਤਹ ਨਾਰਾਇਣ, ਉਧਰ ਉਧਰ ਹੀ ਨਾਰਾਇਣ ਹੈ। ਨਾਰਾਇਣ, ਨਾਰਾਇਣ ਦਾ ਅਰਥ ਕੀ ਹੈ ਗੁਰੂ ਪਿਆਰਿਓ? ਵੈਸੇ ਨਾਰ ਦਾ ਅਰਥ ਹੁੰਦਾ ਪਾਣੀ,
ਨਾਰ ਪਾਣੀ ਨੂੰ ਵੀ ਕਹਿੰਦੇ ਨੇ। ਔਰ ਐਨ ਦਾ ਅਰਥ ਹੁੰਦਾ ਘਰ, ਜਿਹਦਾ ਪਾਣੀ 'ਚ ਘਰ ਹੈ। ਕੌਣ ਹੈ? ਅਕਾਲ ਪੁਰਖ ਨੂੰ ਕਿਹਾ, ਪਰਮੇਸ਼ਵਰ ਨੂੰ ਕਿਹਾ ਗੁਰੂ ਪਿਆਰਿਓ। ਕਿਹੜੇ ਪਰਮੇਸ਼ਵਰ ਨੂੰ? ਜਿਹੜਾ ਸਰਵ ਵਿਆਪੀ ਹੈ, ਜਿਹੜਾ ਜਗਤ ਦੇ ਜ਼ਰੇ ਜ਼ਰੇ 'ਚ ਸੁਭਾਇਮਾਨ ਹੈ। ਨਾਮ ਤੇਰਾ ਆਧਾਰ ਮੇਰਾ, ਜੋ ਫੂਲ ਜਾਈ ਹੈ ਨਾਰ। ਤਾਂ ਉੱਥੇ ਵੀ ਨਾਰ ਦਾ ਅਰਥ ਪਾਣੀ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਕਹਿੰਦੇ ਜਹ ਜਹ ਪੇਖਾਉ ਤਹ ਨਾਰਾਇਣ। ਕਹਿੰਦੇ ਭਾਈ ਅਸੀਂ ਤਾਂ ਜਿੱਧਰ ਨਜ਼ਰ ਮਾਰਦੇ ਆ ਨਾ, ਸਾਨੂੰ ਤਾਂ ਵਾਹਿਗੁਰੂ ਨਜ਼ਰ ਆਉਂਦਾ ਹੈ, ਪਰਮਾਤਮਾ ਹੀ ਨਜ਼ਰ ਆਉਂਦਾ ਹੈ, ਪਰਮੇਸ਼ਵਰ ਹੀ ਨਜ਼ਰ ਆਉਂਦਾ ਹੈ। ਜਿਵੇਂ ਤਾਗਾ ਸਾਰੇ ਮਣਕਿਆਂ 'ਚ ਹੁੰਦਾ ਨਾ, ਇਵੇਂ ਕਹਿੰਦੇ ਉਹ ਸਾਰੇ ਸਰੀਰਾਂ 'ਚ ਹੈ। ਸਗਲ ਘਟਾ ਮਹਿ, ਘਟਾ ਦਾ ਮਤਲਬ ਇੱਥੇ ਕੀ ਹੈ? ਸਰੀਰ। ਸਗਲ ਘਟਾ ਮੈਂ, ਸਾਰੇ ਸਰੀਰਾਂ ਦੇ ਵਿੱਚ ਉਹ ਇਉਂ ਹੈ ਜਿਵੇਂ ਸਾਰੇ ਮੋਤੀਆਂ 'ਚ ਇੱਕੋ ਧਾਗਾ ਹੁੰਦਾ ਹੈ। ਜਿਵੇਂ ਸਾਰੇ ਮਾਲਾ ਦੇ ਮਣਕਿਆਂ ਦੇ ਵਿੱਚ ਇੱਕੋ ਧਾਗਾ ਹੁੰਦਾ ਹੈ, ਧਾਗੇ ਨੇ ਸਾਰੇ ਮੋਤੀ ਜਿਹੜੇ ਆ ਪਰੋਏ ਹੁੰਦੇ ਆ, ਇਵੇਂ ਸਾਰੇ ਸਰੀਰਾਂ ਦੇ ਵਿੱਚ ਉਸ ਪਰਮ ਸੱਤ ਪਰਮੇਸ਼ਵਰ ਦੀ ਆਤਮਕ ਸੱਤਾ ਜਿਹੜੀ ਆ ਉਹ ਰੁਮਕ ਰਹੀ ਹੈ। ਔਰ ਜਿੱਦੇ ਨਿਕਲ ਗਈ ਉਹਦੇ ਮਣਕੇ ਨੇ ਬਿਖਰ ਜਾਣਾ ਹੈ। ਜਿੱਦੇ ਧਾਗਾ ਨਿਕਲ ਜੇ ਤਾਂ ਮਣਕਾ ਬਿਖਰ ਜਾਂਦਾ ਨਾ, ਜਿਹੜੇ ਮਣਕੇ 'ਚੋਂ ਧਾਗਾ ਨਿਕਲ ਜੇ ਉਹ ਮਣਕਾ ਬਿਖਰ ਜਾਂਦਾ ਹੈ। ਇਵੇਂ ਜਿਸ ਸਰੀਰ ਦੇ ਵਿੱਚੋਂ ਜਿਹਦੀ ਉਹਦੀ ਜੀਵਨ ਦੀ ਰੌ ਮੁੱਕ ਗਈ, ਜੀਵਨ ਨੇ ਮੁੱਕ ਜਾਣਾ, ਸਰੀਰ ਨੇ ਖਤਮ ਹੋ ਜਾਣਾ, ਮੁੱਕ ਜਾਣਾ ਸਰੀਰ ਨੇ। ਤਾਂ ਸਤਿਗੁਰੂ ਜੀ ਕਹਿੰਦੇ ਨੇ, ਕਹਿੰਦੇ ਜਹ ਜਹ ਪੇਖਾਉ ਤਹ ਨਾਰਾਇਣ, ਸਗਲ ਘਟਾ ਮਹਿ ਤਾਗਾ। ਜਿਵੇਂ ਸਾਰੀਆਂ ਘਟਾਵਾਂ ਦੇ ਵਿੱਚ ਉਹ ਧਾਗੇ ਦੀ ਤਰ੍ਹਾਂ ਵਿਆਪਕ ਹੈ, ਸੁਭਾਇਮਾਨ ਹੈ, ਵਸਿਆ ਹੋਇਆ ਹੈ। ਨਾਮ ਉਦਕ ਪੀਵਤ ਜਨ ਨਾਨਕ, ਤਿਆਗੇ ਸਭ ਅਨੁਰਾਗਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਹੇ ਸ਼੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਇਹ ਸਤਸੰਗਤ ਵਿੱਚ ਬੈਠੇ ਜੀਵਾਂ ਨੂੰ, ਸਤਸੰਗੀਆਂ ਨੂੰ ਸਮਝਾਓ। ਕੀ ਸਮਝਾਓ? ਕਿ ਨਾਮ ਉਦਕ ਪੀਵਤ ਜਨ ਨਾਨਕ। ਉਦਕ, ਹੁਣ ਉਦਕ ਦਾ ਅਰਥ ਕੀ ਹੈ ਗੁਰੂ ਪਿਆਰਿਓ? ਉਦਕ ਦਾ ਅਰਥ ਹੈ ਪਾਣੀ, ਜਲ। ਬਾਣੀ ਦੇ ਵਿੱਚ ਨੀਰ, ਨਾਰ, ਜਲ, ਪਾਣੀ, ਸਲਲ, ਉਦਕ, ਇਹ ਸ਼ਬਦ ਜਿਹੜੇ ਨੇ ਵਰਤੇ ਨੇ ਕਿਸ ਵਾਸਤੇ? ਪਾਣੀ ਵਾਸਤੇ, ਜਲ ਵਾਸਤੇ। ਕਹਿੰਦੇ ਨਾਮ ਉਦਕ, ਨਾਮ ਜਲ ਹੈ। ਇਹ ਸਮਝ ਲਓ ਕਿ ਨਾਮ ਜਿਹੜਾ ਹੈ ਉਹ ਜਲ ਹੈ। ਔਰ ਇਸ ਨਾਮ ਜਲ ਨੂੰ ਜਿਹੜੇ ਸੇਵਕ ਪੀ ਲੈਂਦੇ ਨੇ, ਕਹਿੰਦੇ ਤਿਆਗੇ ਸਭ ਅਨੁਰਾਗਾ, ਉਹਨਾਂ ਨੂੰ ਸਾਰਿਆਂ ਦੇ ਅੰਦਰੋਂ ਦੁਨੀਆ ਦਾ ਜਿਹੜਾ ਮੋਹ ਹੈ ਉਹ ਤਿਆਗਿਆ ਜਾਂਦਾ ਹੈ, ਲਗਾਓ ਖਤਮ ਹੋ ਜਾਂਦਾ ਹੈ। ਇਹ ਲਗਾਓ ਖਤਮ ਹੋਣ ਦਾ ਮਤਲਬ ਗੁਰੂ ਪਿਆਰਿਓ ਇਹ ਨਹੀਂ ਹੈ ਕਿ ਉਹ ਬੰਦਾ ਘਰ-ਬਾਰ ਛੱਡ ਦਿੰਦਾ ਹੈ, ਕਾਰੋਬਾਰ ਛੱਡ ਦਿੰਦਾ ਹੈ, ਪਰਿਵਾਰ ਛੱਡ ਦਿੰਦਾ ਹੈ, ਬੱਚੇ ਛੱਡ ਦਿੰਦਾ ਹੈ, ਪਤਨੀ ਛੱਡ ਦਿੰਦਾ ਹੈ, ਜੰਗਲਾਂ 'ਚੋਂ ਖਤਮ ਹੋ ਜਾਂਦਾ ਹੈ, ਜੰਗਲਾਂ 'ਚ ਚਲਾ ਜਾਂਦਾ ਹੈ, ਜਾਂ ਪਹਾੜਾਂ 'ਚ ਚਲਾ ਜਾਂਦਾ ਹੈ। ਇਹ ਨਹੀਂ ਮਤਲਬ ਗੁਰੂ ਪਿਆਰਿਓ ਇੱਥੇ। ਇੱਥੇ ਮਤਲਬ ਹੈ ਰਹਿੰਦਾ ਸੰਸਾਰ 'ਚ ਹੀ ਹੈ, ਲੇਕਿਨ ਸੰਸਾਰ ਦੇ ਨਾਲ ਲਗਾਓ ਬਹੁਤ ਘਟ ਜਾਂਦਾ ਹੈ, ਖਤਮ ਹੋ ਜਾਂਦਾ ਹੈ। ਉਹਦਾ ਲਗਾਓ ਪਰਮੇਸ਼ਵਰ ਨਾਲ ਹੋ ਜਾਂਦਾ ਹੈ, ਵਾਹਿਗੁਰੂ ਨਾਲ ਹੋ ਜਾਂਦਾ ਹੈ। ਪਰ ਕਦੋਂ ਹੁੰਦਾ ਹੈ ਵਾਹਿਗੁਰੂ ਨਾਲ ਲਗਾਓ? ਸਾਡਾ ਦੁਨੀਆ ਨਾਲ ਲਗਾ ਹੈ, ਸਾਡਾ ਸਾਡੇ ਸਰੀਰ ਦੇ ਨਾਲ ਲਗਾ ਹੈ, ਸਾਡਾ ਸਾਡੇ ਪਰਿਵਾਰ ਦੇ ਨਾਲ ਲਗਾ ਹੈ। ਲਗਾ ਗੁਰੂ ਪਿਆਰਿਓ ਹੋਣਾ ਮਾੜੀ ਗੱਲ ਨਹੀਂ ਹੈ, ਪਰ ਇੰਨਾ ਲਗਾ ਹੋ ਜਾਣਾ ਕਿ ਵਾਹਿਗੁਰੂ ਨੂੰ ਭੁੱਲ ਜਾਈਏ, ਫਿਰ ਇਹ ਮਾੜਾ ਹੈ ਗੁਰੂ ਪਿਆਰਿਓ। ਇੰਨਾ ਲਗਾ ਹੋ ਜਾਣਾ ਕਿ ਅਸੀਂ ਪਰਮਾਤਮਾ ਨੂੰ ਭੁੱਲ ਜਾਈਏ, ਇਹ ਫਿਰ ਗੱਲ ਗਲਤ ਹੋ ਜਾਂਦੀ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਉਹਦਾ ਫਿਰ ਸੰਸਾਰ ਦੇ ਨਾਲ ਲਗਾਓ ਨਹੀਂ ਰਹਿੰਦਾ, ਉਹਦਾ ਵਾਹਿਗੁਰੂ ਨਾਲ ਲਗਾ ਹੋ ਜਾਂਦਾ ਹੈ। ਕਿਹਦਾ? ਜਿਹੜਾ ਨਾਮ ਉਦਕ ਪੀ ਲੈਂਦਾ ਹੈ, ਨਾਮ ਜਲ ਪੀ ਲੈਂਦਾ ਹੈ, ਨਾਮ ਦੇ ਸਰੋਵਰ ਦੇ ਵਿੱਚੋਂ ਗੁਰੂ ਪਿਆਰਿਓ ਜਿਹੜਾ ਚੂਲੀ ਲੈ ਲੈਂਦਾ ਹੈ, ਉਹਦਾ ਫਿਰ ਕਹਿੰਦੇ ਪਰਮੇਸ਼ਵਰ ਨਾਲ ਪਿਆਰ ਹੋ ਜਾਂਦਾ ਹੈ, ਵਾਹਿਗੁਰੂ ਨਾਲ ਪਿਆਰ ਹੋ ਜਾਂਦਾ ਹੈ। ਇਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰੂ ਪਿਆਰਿਓ ਇੱਥੇ ਸਾਨੂੰ ਸਮਝਾਇਆ। ਇਸ ਦੇ ਨਾਲ ਹੀ ਨਿਸ਼ਚਿਤ ਕੀਤਾ ਸਮਾਂ ਹੋ ਚੁੱਕਿਆ, ਆਪਾਂ ਸਮਾਪਤੀ ਕਰਦੇ ਹਾਂ। ਗੁਰਬਾਣੀ ਬਹੁਤ ਅਗਮ ਅਗਾਧ ਬੋਧ ਹੈ, ਵਿਚਾਰਦਿਆਂ ਭੁੱਲਾਂ ਹੋ ਜਾਂਦੀਆਂ ਨੇ। ਸੰਗਤ ਸਤਿਗੁਰੂ ਜੀ ਬਖਸ਼ਣਯੋਗ ਹੈ, ਖਿਮਾ ਦੇ ਜਾਚਕ ਹਾਂ। ਆਓ ਗੁਰੂ ਪਿਆਰਿਓ ਆਖਰੀ ਸ਼ਬਦ ਦੀਆਂ ਆਪਾਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ। ਜਹ ਜਹ ਪੇਖੋ ਤਹ ਨਾਰਾਇਣ, ਸਗਲ ਘਟਾ ਮਹਿ ਤਾਗਾ। ਨਾਮ ਉਦਕ ਪੀਵਤ ਜਨ ਨਾਨਕ, ਤਿਆਗੇ ਸਭ ਅਨੁਰਾਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।